सत श्री अकाल दोस्तों, मैं ਤੁਹਾਡਾ ਆਪਣਾ ਗੁਰਤੇਜ ਸੰਧੂ ਈਜ਼ੀਵੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਸੈਕਟਰ 17 ਤੋਂ ਤੇ ਅਸੀਂ ਹਰ ਇੱਕ ਸ਼ੋਅ ਦੇ ਵਿੱਚ ਡਿਫਰੈਂਟ ਕੰਟਰੀਜ਼ ਦੀ ਗੱਲ ਕਰਦੇ ਹਾਂ। ਡਿਫਰੈਂਟ ਜਿਹੜੀਆਂ ਰੂਲਸ ਨੇ, ਕੀ ਰੈਗੂਲੇਸ਼ਨਸ ਨੇ, ਕਿਸ ਤਰ੍ਹਾਂ ਤੁਸੀਂ ਜਿਹੜਾ ਹੈ ਕਿਸੇ ਕੰਟਰੀ 'ਚ ਸਟੂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ, ਸਾਰੀਆਂ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ। ਪਰ ਹਮੇਸ਼ਾ ਅਸੀਂ ਜਿਹੜਾ ਹੈ ਕਦੇ ਕੈਨੇਡਾ ਦੀ, ਕਦੇ ਯੂਕੇ ਦੀ, ਕਦੇ ਆਸਟ੍ਰੇਲੀਆ ਦੀ ਜਾਂ ਯੂਰਪ ਦੀ ਗੱਲ ਕਰਦੇ ਹਾਂ। ਅਸੀਂ ਬਹੁਤ ਟਾਈਮ ਤੋਂ ਜਿਹੜਾ ਹੈ ਇੱਕ ਕੰਟਰੀ ਨੂੰ ਜਿਹੜਾ ਮੈਂ ਕਹਾਂਗਾ ਕਿ ਭੁੱਲੇ ਹੋਏ ਸੀ, ਜਾਂ ਅਸੀਂ ਮੈਂ ਕਹਾਂਗਾ ਕਿ ਉਹ ਕੰਟਰੀ ਸਟਾਰਟ ਨਹੀਂ ਸੀ। ਔਰ ਪਹਿਲਾਂ ਉਸ ਕੰਟਰੀਜ਼ ਦੇ ਲਈ ਅਸੀਂ ਬਹੁਤ ਜ਼ਿਆਦਾ ਬੱਚੇ ਭੇਜੇ ਨੇ, ਬਹੁਤ ਸਾਰੇ ਸਟੂਡੈਂਟ ਜਿਹੜੇ ਸਾਡੇ ਨੇ ਉੱਥੇ ਉਸ ਕੰਟਰੀਜ਼ ਦੇ ਲਈ ਗਏ। ਔਰ ਪਿੱਛੇ ਉਸ ਕੰਟਰੀ ਨੇ ਬਹੁਤ ਸਾਰੇ ਸਟੂਡੈਂਟ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ, ਔਰ ਉਹ ਖੁਸ਼ਖਬਰੀ ਇਹ ਸੀ ਕਿ ਉਹਨਾਂ ਨੇ ਸਾਰੇ ਜਿਹੜੇ ਸਟੂਡੈਂਟ ਸੀ ਉਹਨਾਂ ਸਭ ਨੂੰ ਜਿਹੜੀ PR ਦਿੱਤੀ ਗਈ। ਤਾਂ ਇਹੋ ਜਿਹੀ ਕੰਟਰੀ ਜਿਹੜੀ ਅਸੀਂ ਜਿਹੜੀ ਸਭ ਦੀ ਫੇਵਰੇਟ ਵੀ ਹੈ, ਮੈਂ ਕਹਾਂਗਾ ਕਿ ਅਗਰ ਆਸਟ੍ਰੇਲੀਆ ਤੋਂ ਬਾਅਦ ਕੋਈ ਕੰਟਰੀ ਦੀ ਗੱਲ ਕਰਦੇ ਹਾਂ, ਅਗਰ ਤੁਸੀਂ ਕਿਸੇ ਕੰਟਰੀ ਦੇ ਵਿੱਚ PR ਲੈਣ ਲਈ ਜਾ ਰਹੇ ਹੋ ਜਾਂ ਇੱਕ ਸੈਟੀਸਫੈਕਸ਼ਨ ਲਈ ਜਾ ਰਹੇ ਹੋ ਜਿੱਥੇ ਤੁਹਾਨੂੰ ਜਿਹੜੀ ਹੈ ਬਹੁਤ ਈਜ਼ੀ ਹੈ, ਤੁਹਾਡਾ ਉੱਥੇ ਲਿਵਿੰਗ ਜਿਹੜਾ ਹੈਗਾ ਮੈਂ ਕਹਾਂਗਾ ਕਿ ਬਹੁਤ ਈਜ਼ੀ ਹੈ। ਔਰ ਉਸ ਤੋਂ ਇਲਾਵਾ ਜਿਹੜਾ ਉੱਥੇ ਬਹੁਤ ਸਾਰੇ ਕਾਲਜਸ ਡਿਫਰੈਂਟ ਲੋਕੇਸ਼ਨਸ ਦੇ ਉੱਪਰ ਹੈਗੇ ਨੇ, ਵੈਰੀ ਬਿਊਟੀਫੁਲ ਸਿਟੀ ਮੈਂ ਕਹਾਂਗਾ। ਉਹ ਕੰਟਰੀ ਹੈ ਜੀ ਨਿਊਜ਼ੀਲੈਂਡ, ਜਿਹਨੂੰ ਅਸੀਂ ਬਹੁਤ ਟਾਈਮ ਤੋਂ ਅਸੀਂ ਕਹਿ ਰਹੇ ਸੀ ਕਿ ਬੰਦ ਹੈ, ਜਾਂ ਜਿਹੜੀ ਉਹ ਕੰਟਰੀ ਦੇ ਵਿੱਚ ਸਟੂਡੈਂਟ ਵੀਜ਼ਾ ਹਜੇ ਅਪਲਾਈ ਨਹੀਂ ਹੋ ਰਿਹਾ। ਸਾਰੇ ਸਟੂਡੈਂਟਸ ਉਹਦੀ ਰੈਗੂਲਰ ਵੇਟ ਕਰ ਰਹੇ ਸੀ ਕਿ ਕਦੋਂ ਇਹ ਜਿਹੜੀ ਕੰਟਰੀ ਓਪਨ ਹੋਏਗੀ। ਅਰੇ ਬਹੁਤ ਵੱਡੀ ਖੁਸ਼ਖਬਰੀ ਨਾਲ ਅਸੀਂ ਅੱਜ ਇਹ ਸ਼ੋਅ ਸ਼ੁਰੂ ਕਰ ਰਹੇ ਹਾਂ ਕਿ ਜਿਹੜੀ ਨਿਊਜ਼ੀਲੈਂਡ ਹੈਗੀ ਆ ਉਹ ਹੁਣ ਓਪਨ ਹੋ ਗਈ ਹੈ। ਸਾਰੇ ਸਟੂਡੈਂਟਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਜਿਹੜਾ ਉੱਥੇ ਅਪਲਾਈ ਕਰ ਸਕਦੇ ਹੋ, ਔਰ ਉਹਦੇ ਲਈ ਜਿਹੜਾ ਵੀਜ਼ਾ ਹੈ ਉਹ ਬਹੁਤ ਜਿਹੜਾ ਮੁਸ਼ਕਿਲ ਨਹੀਂ ਹੈ, ਬਹੁਤ ਈਜ਼ੀ ਵੀਜ਼ਾ ਦੇ ਜਿਹੜੇ ਮੈਂ ਕਹੂੰਗਾ ਰੂਲ ਐਂਡ ਰੈਗੂਲੇਸ਼ਨ ਹੈਗੇ ਆ। ਅਤੇ ਅੱਜ ਮੈਂ ਇਸ ਸ਼ੋਅ ਦੇ ਵਿੱਚ ਜਿਹੜਾ ਹੈ ਤੁਹਾਨੂੰ ਇੱਕ ਇਹੋ ਜਿਹੀ ਪਰਸਨੈਲਿਟੀ ਨਾਲ ਮਿਲਾਉਣਾ ਚਾਹਾਂਗਾ ਜਿਹੜੇ ਮੈਂ ਕਹਾਂਗਾ ਕਿ ਨਿਊਜ਼ੀਲੈਂਡ ਦੀ, ਜਿਨ੍ਹਾਂ ਨੂੰ ਇੱਕ ਚੀਜ਼ ਦਾ ਪਤਾ ਹੈ ਕਿ ਉਹ ਨਿਊਜ਼ੀਲੈਂਡ ਐਕਚੁਅਲ 'ਚ ਸਟੱਡੀ ਵੀਜ਼ਾ ਹੈ ਕੀ ਹੈ, ਔਰ ਉੱਥੇ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ, ਕਿਸ ਤਰ੍ਹਾਂ ਦਾ ਬੱਚਿਆਂ ਨੂੰ ਕੀ ਦਿੱਕਤਾਂ ਆਉਂਦੀਆਂ ਨੇ, ਜਾਂ ਕਿਸ ਤਰ੍ਹਾਂ ਜਿਹੜਾ ਹੈ ਇੱਕ ਸਟੂਡੈਂਟ ਉੱਥੇ PR ਲੈ ਸਕਦਾ ਹੈ। ਉਹ ਸਾਡੇ ਵਿੱਚ ਅੱਜ ਜਿਹੜੇ ਜੀ ਮੈਂ ਕਹਾਂਗਾ ਕਿ ਦੇਖੋ ਹਰ ਇੱਕ ਬੰਦੇ ਲਈ ਜਿਹੜਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਹੈ। ਔਰ ਮੈਂ ਜਿਹੜਾ ਜਦੋਂ ਵੀ ਇਸ ਇੰਡਸਟਰੀ ਵਿੱਚ ਆਇਆ, ਸਾਨੂੰ 15-20 ਸਾਲ ਹੋ ਗਏ ਨੇ ਇਸ ਇੰਡਸਟਰੀ ਵਿੱਚ ਕੰਮ ਕਰਦੇ ਹੋਏ, ਔਰ ਬਹੁਤ ਪੁਰਾਣੇ ਟਾਈਮ ਤੋਂ ਜਿਹੜਾ ਹੈ ਅਸੀਂ ਇਸ ਸਰਵਿਸਿਜ਼ ਨੂੰ ਜਿਹੜਾ ਹੈ ਸਟੂਡੈਂਟਸ ਨੂੰ ਦੇ ਰਹੇ ਹਾਂ ਕਿ ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਜਾ ਕੇ ਜਿਹੜਾ ਆਪਣਾ ਭਵਿੱਖ ਜਿਹੜਾ ਵਧੀਆ ਕਰ ਸਕਣ। ਪਰ ਅੱਜ ਜਿਹੜਾ ਹੈ ਮੈਂ ਵੀ ਜਿਨ੍ਹਾਂ ਨੂੰ ਮੈਂ ਕਹਾਂਗਾ ਕਿ ਮੇਰੇ ਗੁਰੂ ਦੀ ਤਰ੍ਹਾਂ ਨੇ, ਅਸੀਂ ਉਹਨਾਂ ਨੂੰ ਹਮੇਸ਼ਾ ਜਿਹੜਾ ਹੈ ਫੋਲੋ ਕਰਦੇ ਹਾਂ, ਬੇਸ਼ੱਕ ਉਹ ਫੇਸਬੁੱਕ ਹੋਵੇ ਜਾਂ ਫਿਰ ਜਿਹੜਾ ਹੈ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਮੁਕਾਮ ਨੂੰ ਹਾਸਲ ਕੀਤਾ ਹੈ, ਜਿਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਆਪਣੀ ਇਸ ਕੰਟਰੀ ਦੇ ਲਈ ਜੋ ਉਹਨਾਂ ਦਾ ਕੰਟਰੀਬਿਊਸ਼ਨ ਹੈਗਾ ਸਟੱਡੀ ਵੀਜ਼ਾ ਦੇ ਵਿੱਚ, ਔਰ ਉਹਨਾਂ ਨੇ ਜਿਸ ਤਰ੍ਹਾਂ ਬਹੁਤ ਸਾਰੇ ਸਟੂਡੈਂਟ ਦਾ ਭਵਿੱਖ ਜਿਹੜਾ ਬਣਾਇਆ ਹੈ, ਮੈਂ ਉਹਨਾਂ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਾਉਣਾ ਚਾਹਾਂਗਾ। ਉਹ ਹੈਗਾ ਜੀ ਪਰਮਦੀਪ ਜੀ, ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਵੀ ਹੈਗੇ ਨੇ, ਔਰ ਬਹੁਤ ਲੰਬੇ ਟਾਈਮ ਤੋਂ ਜਿਹੜਾ ਹੈ ਉੱਥੇ ਸਟੂਡੈਂਟਸ ਨੂੰ ਬਹੁਤ ਸਾਰੀਆਂ ਸਰਵਿਸਿਜ਼ ਦੇ ਰਹੇ ਨੇ, ਔਰ ਰੈਗੂਲਰ ਉਹਨਾਂ ਦਾ ਜਿਹੜਾ ਹੈ ਭਵਿੱਖ ਬਹੁਤ ਵਧੀਆ ਕਰ ਰਹੇ ਨੇ। ਬਹੁਤ ਵੈਲਕਮ ਹੈ ਸਰ ਤੁਹਾਡਾ ਸ਼ੋਅ ਦੇ ਵਿੱਚ, ਕਿ ਤੁਸੀਂ ਈਜ਼ੀ ਵੇ ਨੂੰ ਜਿਹੜਾ ਹੈ ਅੱਜ ਇੰਨਾ ਟਾਈਮ ਦਿੱਤਾ ਕਿ ਤੁਸੀਂ ਸਾਡੇ ਨਾਲ ਜਿਹੜਾ ਹੈ ਸ਼ੋਅ ਕਰ ਲਈ ਆਏ ਹੋ। ਔਰ ਅਸੀਂ ਜਿਹੜਾ ਹੈ ਇੱਥੋਂ ਸ਼ੁਰੂਆਤ ਕਰਾਂਗਾ ਕਿ ਪਰਮਜੀਤ ਜੀ ਪਹਿਲਾਂ ਤੁਹਾਨੂੰ ਜਿਹੜਾ ਹੈ ਇੰਟਰੋਡਕਸ਼ਨ ਦੇਣ ਆਪਣੀ, ਕਿ ਕਿਸ ਤਰ੍ਹਾਂ ਉਹ ਨਿਊਜ਼ੀਲੈਂਡ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਉੱਥੇ ਸੈਟਲ ਨੇ ਔਰ ਕਿਸ ਤਰ੍ਹਾਂ ਉਹ ਸਟੂਡੈਂਟਸ ਦੀ ਹੈਲਪ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਟੂ ਈਜ਼ੀਵੇ ਫॉर ਬ੍ਰਿੰਗਿੰਗ ਦਿਸ ਸ਼ੋਅ ਟੂ ਯੂ। ਕਿਉਂਕਿ ਅੱਜ ਦੀ ਡੇਟ ਜਿਵੇਂ ਸਰ ਨੇ ਕਿਹਾ ਵੀ ਨਿਊਜ਼ੀਲੈਂਡ ਨੂੰ ਕਾਫੀ ਲੋਕ ਭੁੱਲੇ ਹੋਏ ਨੇ, ਕਿਉਂਕਿ ਪਿਛਲੇ 2 ਕੁ ਸਾਲਾਂ ਤੋਂ ਨਿਊਜ਼ੀਲੈਂਡ ਆਪਣੇ ਕੰਟਰੀ ਨੂੰ ਹੀ ਉਹਨਾਂ ਨੇ ਆਪਣੇ ਸਿਟੀਜ਼ਨ ਦੀ ਸੇਫਟੀ ਦਾ ਜ਼ਿਆਦਾ ਸੋਚ ਕੇ ਕਲੋਜ਼ ਕੀਤੇ ਹੋਏ ਸੀ ਬਾਰਡਰ ਕੋਵਿਡ ਲਈ। ਜਿਵੇਂ ਤੁਹਾਨੂੰ ਪਤਾ ਹੋਏਗਾ ਜਦੋਂ ਪਹਿਲਾ ਲਾਕਡਾਊਨ ਲੱਗਿਆ ਸੀਗਾ ਮਾਰਚ ਦੇ ਕਰੀਬ 2.5 ਮਹੀਨੇ ਲਈ ਲਾਕਡਾਊਨ ਸੀਗਾ, ਉਦੋਂ ਉਹਨਾਂ ਨੇ ਬਾਰਡਰ ਬੰਦ ਕਰਤੇ ਸੀ, ਲੇਕਿਨ ਉਹ ਫਿਰ ਵੀ ਸਟੂਡੈਂਟਸ ਨੂੰ ਸੀ ਭੁੱਲੇ। ਜਿੰਨੇ ਸਟੂਡੈਂਟ ਉੱਥੇ ਨਿਊਜ਼ੀਲੈਂਡ ਸੀਗੇ ਸਾਰਿਆਂ ਨੂੰ 80% ਸੈਲਰੀ ਘਰ ਬੈਠਿਆਂ ਨੂੰ ਮਿਲੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜੇ ਬੱਚੇ ਆਪਣੀ ਪੜ੍ਹਾਈ ਦੇ ਨਾਲ ਫੁੱਲ ਟਾਈਮ ਕੰਮ ਕਰ ਸਕਦੇ, ਆਪਣੇ ਇੰਸਟੀਟਿਊਸ਼ਨ ਤੋਂ ਪਰਮਿਸ਼ਨ ਲੈ ਕੇ ਉਹਨਾਂ ਨੇ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਦਿੱਤੀ। ਜਿਵੇਂ ਕਾਫੀ ਸਾਰੇ ਉਹਦੇ ਸੀਗੇ ਹੈਲਥ ਕੇਅਰ ਵਰਕਰ ਸੀਗੇ, ਕੋਈ ਫਾਰਮ 'ਤੇ ਕੰਮ ਕਰ ਰਿਹਾ ਸੀ, ਕੋਈ ਸੁਪਰ ਮਾਰਕੀਟ 'ਚ ਕੰਮ ਕਰ ਰਿਹਾ ਸੀ, ਕੋਈ ਲੌਜਿਸਟਿਕ 'ਚ ਕੰਮ ਕਰ ਰਿਹਾ ਸੀ। ਉਸ ਹਿਸਾਬ ਨਾਲ ਬੱਚਿਆਂ ਨੇ ਫੁੱਲ ਟਾਈਮ ਕੰਮ ਵੀ ਕੀਤਾ। ਹਰ ਇੱਕ ਇੰਸਟੀਚਿਊਟ ਨੇ ਉੱਥੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ, 24/7 ਹੈਲਪਲਾਈਨ ਦਿੱਤੀ। ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਕੁਛ ਹੋਏ, ਘਰ ਰੋਟੀ ਦੇਣੀ ਹੈ, ਰਾਸ਼ਨ ਦੇਣਾ, ਉਹ ਸਭ ਤੱਕ ਇੰਸਟੀਚਿਊਟਸ ਨੇ ਪਹੁੰਚਾਇਆ। ਫਿਰ ਉਸ ਤੋਂ ਬਾਅਦ ਜਿਵੇਂ ਸਰ ਨੇ ਕਿਹਾ ਵੀ ਪਿਛਲੇ ਸਾਲ ਉਹਨਾਂ ਨੇ ਅਨਾਊਂਸ ਕੀਤਾ ਵੀ ਅਰਾਊਂਡ 1,65,000 ਬੱਚਿਆਂ ਨੂੰ PR ਲਈ ਐਲੀਜੀਬਲ ਹੋ ਗਏ। ਮਤਲਬ ਕਿਵੇਂ ਸੀ, ਉਹਨਾਂ ਨੇ ਜਿਵੇਂ ਅਪਰੋਕਸੀਮੇਟਲੀ ਰੂਲਸ ਇਹ ਬਣਾਏ ਵੀ ਜਾਂ ਤਾਂ ਤੁਸੀਂ 3 ਕੁ ਸਾਲ ਤੋਂ ਉੱਥੇ ਰਹਿ ਰਹੇ ਹੋਵੋ, ਜਾਂ ਤੁਸੀਂ ਸਕੇਅਰਸ ਲਿਸਟ ਵਾਲੀ ਜੌਬ ਕਰ ਰਹੇ ਹੋਵੋ, ਜਾਂ ਤੁਹਾਡੀ $27 ਦੇ ਕਰੀਬ ਤਨਖਾਹ ਹੋਏ। ਇਹ ਤਿੰਨੋਂ 'ਚੋਂ ਕੋਈ ਵੀ ਤੁਹਾਡੀ ਕੰਡੀਸ਼ਨ ਪੂਰੀ ਹੁੰਦੀ ਸੀ ਤਾਂ ਤੁਸੀਂ PR ਲਈ ਐਲੀਜੀਬਲ ਹੋ ਗਏ। ਉਹੀ ਬੱਚਿਆਂ ਨੂੰ ਅਕਤੂਬਰ ਤੋਂ ਹੁਣ PR ਮਿਲਣੀ ਸ਼ੁਰੂ ਹੋਈ ਹੈ। ਹੁਣ ਮਾਰਚ ਤੱਕ ਕਾਫੀ ਸਾਰੇ ਬੱਚਿਆਂ ਨੂੰ ਮਿਲ ਵੀ ਚੁੱਕੀ ਹੈ ਅਤੇ ਬਾਕੀਆਂ ਨੂੰ ਹੌਲੀ ਹੌਲੀ ਮਿਲਦੀ ਜਾਏਗੀ। ਇਹਦੇ ਨਾਲ ਇੱਕ ਬਹੁਤ ਸਾਰਾ ਪੋਜ਼ੀਟਿਵ ਵਰਡ ਆਫ ਮਾਊਥ
ਕ੍ਰੀਏਟ ਹੋਇਆ। ਤੇ ਹੁਣ ਜਿਵੇਂ ਅਸੀਂ ਮੈਂ ਕਾਫੀ ਮਹੀਨੇ ਤੋਂ ਇੱਥੇ ਆ ਨਿਊਜ਼ੀਲੈਂਡ ਨੂੰ ਪ੍ਰਮੋਟ ਕਰਨ ਲਈ, ਬੜੀਆਂ ਸਾਰੀਆਂ ਇਨਕੁਆਰੀਆਂ ਇਹੀ ਆ ਰਹੀਆਂ ਵੀ ਮੇਰਾ ਭਰਾ ਉੱਥੇ, ਮੇਰੀ ਭੈਣ ਉੱਥੇ ਹੈ, ਉਹ ਕਹਿੰਦਾ ਤੂੰ ਆਉਣਾ ਹੈ ਤੇ ਆਉਣਾ ਹੀ ਨਿਊਜ਼ੀਲੈਂਡ ਹੈ, ਹੋਰ ਕਿੱਥੇ ਨਹੀਂ ਜਾਣਾ, ਕਿਉਂਕਿ ਇਹੀ ਕੰਟਰੀ ਸੀ ਜਿਨਨੇ ਇੰਨੇ ਸਾਰੇ ਬੱਚਿਆਂ ਦਾ ਧਿਆਨ ਰੱਖਿਆ। ਕੋਈ ਦੇਖੋ 50 ਲੱਖ ਦੀ ਪਾਪੂਲੇਸ਼ਨ ਹੈ, 50 ਲੱਖ ਦੀ ਪਾਪੂਲੇਸ਼ਨ ਦੇ ਪਿੱਛੇ 1,65,000 ਬੱਚਿਆਂ ਨੂੰ PR ਦੇਣੀ ਬਹੁਤ ਵੱਡੀ ਗੱਲ ਹੈਗੀ ਹੈ। ਇਹ ਸਿਰਫ ਨਿਊਜ਼ੀਲੈਂਡ ਇੱਦਾਂ ਹੈ, ਬੜਾ ਉਹ ਜਿਵੇਂ ਨਾ ਆਪਣਾ ਸ਼ੋਰ ਨਹੀਂ ਪਾਉਂਦਾ ਜ਼ਿਆਦਾ, ਇਹ ਬੜੇ ਸਟਲ ਜੀ ਕੰਟਰੀ ਹੈ, ਬੜੇ ਸਿੱਧੇ ਸਾਦੇ ਲੋਕ ਹੈ, ਕੋਈ ਰੇਸਿਜ਼ਮ ਨਹੀਂ ਹੈ, ਕੋਈ ਕੁਛ ਨਹੀਂ ਹੈ। ਮੈਨੂੰ 25 ਸਾਲ ਹੋ ਗਏ ਉੱਥੇ ਹੁਣ ਰਹਿੰਦੇ ਹੋਇਆਂ ਨੂੰ, ਤੇ ਟੱਚਵੁੱਡ ਹਜੇ ਤੱਕ ਮੈਨੂੰ ਇਹ ਨਹੀਂ ਲੱਗਿਆ ਵੀ ਕਦੀ ਮੇਰੇ ਨਾਲ ਕੋਈ ਵਿਤਕਰਾ ਹੋਇਆ ਜਾਂ ਕੁਛ ਹੋਇਆ। ਇਹ ਜਿਵੇਂ ਤੁਹਾਨੂੰ ਪਤਾ ਨਿਊਜ਼ੀਲੈਂਡ ਨੂੰ ਕਹਿੰਦੇ ਲੀਸਟ ਕਰਪਟ ਕੰਟਰੀ ਇਨ ਦਾ ਵਰਲਡ ਕਹਿੰਦੇ ਆ, ਮੋਸਟ ਪੀਸਫੁਲ ਕੰਟਰੀ ਇਨ ਦਾ ਵਰਲਡ ਕਹਿੰਦੇ ਆ, ਤੇ ਬਹੁਤ ਸਾਰੀਆਂ ਖੂਬੀਆਂ ਹੈਗੀਆਂ। ਤੇ ਹੁਣ ਵੀ ਜਿਵੇਂ ਉਹਨਾਂ ਨੇ ਜੁਲਾਈ ਇਨਟੇਕ ਲਈ 5000 ਬੱਚਿਆਂ ਦੀ ਨੋਮੀਨੇਸ਼ਨ ਅਨਾਊਂਸ ਕੀਤੀ ਹੈ, ਵੀ ਉਹਨਾਂ ਨੇ ਕਿਹਾ ਪਹਿਲਾਂ ਜੁਲਾਈ 'ਚ 5000 ਬੱਚੇ ਆ ਜਾਣ। ਉਹ ਬੱਚੇ ਕਿਹੜੇ ਆ ਜਿਹੜੇ ਕੋਈ ਲੌਂਗ ਟਰਮ ਸਕਿੱਲ ਸ਼ਾਰਟੇਜ ਕੋਰਸ 'ਚ ਆਉਣਾ ਹੋਏ, ਜਾਂ ਜਿਨ੍ਹਾਂ ਦਾ ਪਹਿਲਾਂ AIP ਆਈ ਸੀ ਉਹ ਜਾ ਨਹੀਂ ਸਕੇ, ਜਾਂ ਜਿਨ੍ਹਾਂ ਨੇ ਕੋਈ ਆਨਲਾਈਨ ਕੋਰਸ ਕੀਤੇ ਹੋਏ ਇੰਸਟੀਚਿਊਟ ਦੇ ਨਾਲ, ਉਹਨਾਂ ਨੂੰ ਪ੍ਰਾਇੋਰਟੀ ਦੇ ਰਹੇ ਹੈ। ਤੇ ਉਸ ਤੋਂ ਬਾਅਦ ਉਹਨਾਂ ਕਹਿ ਰਹੇ ਆ 1 ਅਕਤੂਬਰ ਤੋਂ ਬਾਰਡਰ ਪੂਰੇ ਹੀ ਖੁੱਲ੍ਹ ਜਾਣੇ ਆ, ਫਿਰ ਤੁਸੀਂ ਨਵੰਬਰ ਇਨਟੇਕ 'ਚ ਕੋਈ ਵੀ ਆ ਸਕਦਾ ਹੈਗਾ। ਹੁਣ ਜਿਵੇਂ ਹਾਂਜੀ ਦੇਖੋ ਅਸੀਂ ਪਿੱਛੇ ਜੇ ਸਟੂਡੈਂਟਸ ਕਾਫੀ 16 17 18 ਦੇ ਵਿੱਚ ਕਾਫੀ ਸਟੂਡੈਂਟ ਭੇਜੇ, ਔਰ ਉਹਨਾਂ ਦੇ ਪੇਰੈਂਟਸ ਦੀ ਰੈਗੂਲਰ ਕਾਲ ਆਉਂਦੀ ਰਹਿੰਦੀ ਸੀ ਜੀ ਕਿ ਸਾਡਾ ਜਿਹੜਾ ਬੱਚਾ ਹੈ ਉੱਥੇ ਉਹਨੂੰ PR ਮਿਲੇਗੀ ਜਾਂ ਨਹੀਂ ਮਿਲੇਗੀ, ਕੀ ਹੋਏਗਾ, ਉਹਦਾ ਭਵਿੱਖ ਕੀ ਹੋਏਗਾ, ਔਰ ਬਹੁਤ ਸਾਰੀਆਂ ਟੈਨਸ਼ਨਾਂ ਸੀ। ਮੈਂ ਹੁਣ ਪਿੱਛੇ ਜੇ ਮੇਰੀ ਕਾਫੀ ਪੇਰੈਂਟਸ ਨਾਲ ਗੱਲ ਹੁੰਦੀ ਰਹਿੰਦੀ ਹੈ, ਔਰ ਉਹ ਬਹੁਤ ਖੁਸ਼ ਨੇ। ਉਹ ਕਹਿੰਦੇ ਨੇ ਕਿ ਬਹੁਤ ਵਧੀਆ ਕੀਤਾ ਕਿ ਸਾਡਾ ਬੱਚਾ ਜਿਹੜਾ ਸੀ ਉਹ ਨਿਊਜ਼ੀਲੈਂਡ ਹੈ, ਕਿਉਂਕਿ ਨਿਊਜ਼ੀਲੈਂਡ ਵਰਗਾ ਮੈਂ ਕਹਾਂਗਾ ਸੇਫੈਸਟ ਕੰਟਰੀ ਨਹੀਂ ਹੈ ਕੋਈ, ਕਿਉਂਕਿ ਇੰਨਾ ਬਿਊਟੀਫੁਲ ਔਰ ਇੰਨੀ ਮੈਂ ਕਹਾਂ ਕਾਮ ਤਰੀਕੇ ਨਾਲ ਲੋਕ ਰਹਿ ਰਹੇ ਨੇ, ਔਰ ਇਤਨੇ ਪ੍ਰੋਪਰ ਤਰੀਕੇ ਨਾਲ ਲੋਕਾਂ ਦਾ ਜੀਵਨ ਹੈ ਉੱਥੇ। ਮੈਂ ਬਹੁਤ 2-3 ਵਾਰੀ ਵਿਜ਼ਿਟ ਕੀਤਾ ਨਿਊਜ਼ੀਲੈਂਡ ਦੇ ਵਿੱਚ, ਔਰ ਬਹੁਤ ਵਧੀਆ ਕੰਟਰੀ ਹੈ, ਬਹੁਤ ਬਿਊਟੀਫੁਲ ਕੰਟਰੀ ਹੈ। ਔਰ ਉੱਥੇ ਜਿਹੜੇ ਵੀ ਸਟੂਡੈਂਟ ਹੈਗੇ ਨੇ ਉਹ ਸਾਰਿਆਂ ਨੂੰ ਦੇਖੋ ਕੰਮ ਮਿਲਿਆ ਹੋਇਆ, ਇੱਦਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਕੋਈ ਸਟੂਡੈਂਟਸ ਉੱਥੇ ਵਿਹਲੇ ਬੈਠੇ ਨੇ ਜਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ, ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ। ਸਾਰੇ ਦੇ ਸਾਰੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ PR ਮਿਲਦੇ। ਪਹਿਲਾਂ ਤਾਂ ਮੈਂ ਬਹੁਤ ਬਹੁਤ ਵਧਾਈ ਦੇਵਾਂਗਾ ਕਿ ਉਹ ਜਿਹੜੇ ਵੀ ਸਟੂਡੈਂਟ ਉੱਥੇ ਪੜ੍ਹ ਰਹੇ ਸੀ ਸਭ ਦਾ ਜਿਹੜਾ ਹੈ ਇੱਕ ਸੁਪਨਾ ਪੂਰਾ ਹੋਇਆ ਕਿ ਉਹਨਾਂ ਨੂੰ ਜਿਹੜੀ PR ਮਿਲੀ। ਹੁਣ ਅੱਗੇ ਇਸੇ ਤਰ੍ਹਾਂ ਹੀ ਜਿਹੜਾ ਹੈ ਅਲੱਗ-ਅਲੱਗ ਗਵਰਨਮੈਂਟਸ ਆਉਂਦੀਆਂ ਰਹਿੰਦੀਆਂ ਨੇ ਨਿਊਜ਼ੀਲੈਂਡ ਦੇ ਵਿੱਚ। ਮੈਂ ਕਹਾਂਗਾ ਕਿ ਤੁਸੀਂ ਇਸ ਬਾਰੇ ਜ਼ਰੂਰ ਚਾਨਣਾ ਪਾਓ ਕਿ ਜਿਹੜੀ ਵੀ ਹੁਣ ਨੈਕਸਟ ਗਵਰਨਮੈਂਟ ਆਏਗੀ ਕੀ ਉਹ ਸਟੂਡੈਂਟਸ ਦੇ ਲਈ ਅੱਛਾ ਸੋਚੇਗੀ ਜਾਂ ਕੀ ਫਿਊਚਰ ਹੋਏਗਾ ਸਟੂਡੈਂਟਸ ਦਾ ਉੱਥੇ। ਦੇਖੋ ਸਟੂਡੈਂਟ ਲਈ ਅੱਜ ਦੀ ਜਿਹੜੀ ਸਾਰੀ ਕੰਟਰੀਆਂ ਸੋਚ ਰਹੀਆਂ ਕਿ ਹਰ ਇੱਕ ਨੂੰ ਸਕਿਲਡ ਮੈਨ ਪਾਵਰ ਚਾਹੀਦੀ ਹੈ, ਤੇ ਨਿਊਜ਼ੀਲੈਂਡ ਵੀ ਉਸ ਤੋਂ ਪਿੱਛੇ ਨਹੀਂ ਆ। ਮਤਲਬ ਹੁਣ ਇਸ ਟਾਈਮ ਉੱਥੇ ਲੇਬਰ ਗਵਰਨਮੈਂਟ ਹੈਗੀ ਹੈ, ਅਗਲੇ ਸਾਲ ਇਸ ਟਾਈਮ ਪੋਪੂਲੈਰਿਟੀ 'ਚ ਹੁਣ ਨੈਸ਼ਨਲ ਗਵਰਨਮੈਂਟ ਅੱਗੇ ਚੱਲ ਰਹੀ ਹੈ, ਉਹਨਾਂ ਦੇ ਆਉਣ ਦੇ ਕਾਫੀ ਚਾਂਸਸ ਹੈ। ਬਟ ਕਰੰਟ ਲੇਬਰ ਗਵਰਨਮੈਂਟ ਵੀ ਕਾਫੀ ਗੁੱਡ ਹੈ, ਕਿਉਂਕਿ ਉਹਨਾਂ ਨੇ ਵੀ ਬੜੀਆਂ ਵਧੀਆ ਪੋਲਿਸੀਜ਼ ਬਣਾਈਆਂ। ਹੁਣ ਜਿਵੇਂ ਭਾਈ ਸਾਹਿਬ ਨੌਕਰੀਆਂ ਦੀ ਗੱਲ ਕਰ ਰਹੇ ਸੀ, ਇਸ ਟਾਈਮ ਨਿਊਜ਼ੀਲੈਂਡ ਅਨਇੰਪਲੋਇਮੈਂਟ ਰੇਟ ਹੈ 3.2%, ਵਿਚ ਇਜ਼ ਦਾ ਲੋਐਸਟ ਇਨ OECD ਕੰਟਰੀਜ਼। ਤੇ ਹੁਣ ਮਿਨੀਮਮ ਵੇਜ ਵੀ ਉਹਨਾਂ ਨੇ 1 ਅਪ੍ਰੈਲ ਤੋਂ $21.20 ਕਰਤੀ ਹੈ। ਤੁਸੀਂ ਘਰ ਦਾ ਕੋਈ ਵੀ ਕੰਮ ਕਰੋਗੇ ਉੱਥੇ, ਜੇ ਬੰਦਾ ਕੋਈ ਕਲੀਨਿੰਗ ਵੀ ਕਰ ਰਿਹਾ ਹੈ, ਕਿਚਨ ਹੈਂਡ ਵੀ ਕੰਮ ਕਰ ਰਿਹਾ, ਉਹਨੂੰ $21.20 ਘੰਟੇ ਦਾ ਮਿਲਣਾ ਹੀ ਮਿਲਣਾ ਹੈ। ਤੁਸੀਂ 20 ਘੰਟੇ ਦੇ ਕਰੀਬ ਕੰਮ ਕੀਤਾ, ਤੁਹਾਡੇ 420 ਦੇ ਕਰੀਬ ਬਣ ਗਏ, ਤੇ ਉਸ ਤੋਂ ਬਾਅਦ ਤੁਹਾਡਾ $200-250 ਖਰਚਾ ਆਉਂਦਾ ਹੈਗਾ, ਬਾਕੀ ਤੁਸੀਂ ਪੈਸੇ ਬਚਾ ਵੀ ਸਕਦੇ ਹੋ। ਫਿਰ ਟਰਮ ਬ੍ਰੇਕ, ਸਮਰ ਬ੍ਰੇਕ, ਸਮੈਸਟਰ ਬ੍ਰੇਕ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ ਕੰਮ। ਲੇਕਿਨ ਇਹਨਾਂ ਸਾਰਿਆਂ ਨਾਲ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈਗੀ ਪੜ੍ਹਾਈ, ਵੈਰੀ ਹਾਈ ਕੁਆਲਿਟੀ ਐਜੂਕੇਸ਼ਨ। ਉਹਨਾਂ ਦੇ ਅਸੀਂ ਕਹਿੰਦੇ ਆ ਜਿਹੜੇ ਸਿਸਟਮ ਹੈਗਾ ਉਹਨੂੰ ਕਹਿੰਦੇ ਅਸੀਂ ਕੰਪੀਟੈਂਸੀ ਅਸੈਸਮੈਂਟ ਬੇਸ ਸਿਸਟਮ। ਇੰਡੀਆ ਦਾ ਕੀ ਆ ਜਾਂਦਾ, ਇੰਡੀਆ ਚੇਂਜ ਹੋ ਰਿਹਾ, ਬਟ ਹਜੇ ਵੀ ਕਾਫੀ ਸਿਸਟਮ ਹੈ ਕ੍ਰੈਮਿੰਗ ਬੇਸ ਸਿਸਟਮ। ਆਪਾਂ ਸਾਲ 'ਚ ਇੱਕ ਵਾਰੀ ਐਗਜ਼ਾਮ ਹੁੰਦਾ, ਆਪਾਂ ਰੱਟਾ ਮਾਰ ਕੇ ਪੇਪਰ ਦੇ ਆਈਦੀ ਹੈ ਤੇ ਪਾਸ ਹੋ ਜਾਂਦਾ। ਲੇਕਿਨ ਨਿਊਜ਼ੀਲੈਂਡ 'ਚ ਕੀ ਹੈ, ਵਾਟ ਐਵਰ ਦੇ ਟੀਚ ਯੂ they make sure you apply that practically so that it becomes permanent in your head। ਇਹ ਸਭ ਤੋਂ ਵੱਡੀ ਚੀਜ਼ ਹੈਗੀ ਹੈ ਵੀ ਤੁਹਾਨੂੰ ਜਿਵੇਂ ਜਿਹੜੇ ਪੜ੍ਹਾਉਂਦੇ ਆ ਉਹ ਕਹਿੰਦੇ ਤੁਸੀਂ ਇਹਨੂੰ ਪ੍ਰੈਕਟੀਕਲੀ ਵੀ ਇਹ ਚੀਜ਼ ਨੂੰ ਯੂਜ਼ ਕਰੋ, ਤੇ ਉਸ ਤੋਂ ਬਾਅਦ ਤੁਸੀਂ ਸਾਰੀ ਉਮਰ ਉਹ ਜ਼ਿੰਦਗੀ ਭੁੱਲਦੇ ਨਹੀਂ। ਤੇ ਵੈਰੀ ਹਾਈ ਕੁਆਲਿਟੀ ਐਜੂਕੇਸ਼ਨ, ਟੀਚਰਸ ਆਰ ਵੈਰੀ ਗੁੱਡ, ਦੇ ਅੰਡਰਸਟੈਂਡ ਵੀ ਸਾਰੇ ਸਟੂਡੈਂਟ ਬਾਹਰੋਂ ਕਿੱਥੋਂ ਆਏ ਆ, ਅਲੱਗ-ਅਲੱਗ ਕੰਟਰੀਆਂ 'ਚੋਂ, ਉਸੇ ਹਿਸਾਬ ਨਾਲ ਪੜ੍ਹਾਉਂਦੇ ਆ। ਇੱਕ ਕੁਐਸਚਨ ਚਾਹੇ 10 ਵਾਰੀ ਪੁੱਛੋ ਉਹ ਤੁਹਾਨੂੰ 10 ਵਾਰੀ ਦੱਸਣਗੇ। ਫਿਰ ਉੱਥੇ ਕਰੀਅਰ ਪਲੇਸਮੈਂਟ ਸੈੱਲ ਹੁੰਦਾ ਹਰ ਇੱਕ ਕਾਲਜ ਵਿੱਚ। ਮੈਂ ਜਿਵੇਂ 2 ਮੇਨ ਕਾਲਜਸ ਪ੍ਰਮੋਟ ਕਰਦਾ, ਵੈਸਟਰਨ ਇੰਸਟੀਚਿਊਟ ਆਫ ਟੈਕਨੋਲੋਜੀ ਇਨ ਟਾਰਾਨਾਕੀ ਤੇ ਟੋਇਹੋਮਾ ਇੰਸਟੀਚਿਊਟ ਆਫ ਟੈਕਨੋਲੋਜੀ। ਦੋਨੋਂ ਗਵਰਨਮੈਂਟ ਇੰਸਟੀਚਿਊਟ ਹੈਗੇ ਆ, ਇੱਕ ਹੈਗਾ ਨਿਊ ਪਲਿਮਚ, ਇੱਕ ਦੇ ਕੈਂਪਸ ਹੈ ਰੋਟੋਰੋਆ ਤੇ ਟੋਰੰਗਾ। ਤੇ ਇੱਥੇ ਕਰੀਅਰ ਇੰਪਲੋਏਬਿਲਟੀ ਸੈੱਲ ਹੈਗਾ ਹਰ ਇੱਕ ਜਗ੍ਹਾ ਤੇ। ਉਹ ਜਿਵੇਂ ਬੱਚੇ ਜਾਂਦੇ ਆ 3-4 ਹਫ਼ਤਿਆਂ ਨੂੰ CV ਬਣਾਉਂਦੇ ਆ, ਫਿਰ ਉਹਦਾ ਸਾਰੇ ਇੰਪਲੋਇਰ ਨੂੰ ਸਰਕੂਲੇਟ ਕਰਦੇ ਆ ਤਾਂ ਕਿ ਤੁਹਾਨੂੰ ਆਪਣੀ ਇੱਕ ਤਾਂ ਪਹਿਲੀ ਕੋਸ਼ਿਸ਼ ਹੁੰਦੀ ਹੈ ਰੈਲੀਵੈਂਟ ਜੌਬ ਮਿਲ ਜਾਏ। ਜਿਹੜੀ ਪੜ੍ਹਾਈ ਕਰਨਗੇ ਉਹਦੇ ਰਿਲੇਟਿਡ ਹੀ ਅਗਰ ਤੁਹਾਨੂੰ ਪਾਰਟ ਟਾਈਮ ਜੌਬ ਮਿਲ ਜਾਏ ਫਿਰ ਤਾਂ ਬਹੁਤ ਵਧੀਆ ਹੋ ਜਾਂਦਾ, ਕਿਉਂਕਿ ਬਾਅਦ 'ਚ ਉੱਥੇ ਹੀ ਪਰਮਾਨੈਂਟ ਮਿਲ ਜਾਂਦੀ ਹੈ। ਜਾਂ ਫਿਰ ਥੋੜ੍ਹਾ ਬਹੁਤਾ ਕੋਈ ਨਾ ਕੋਈ ਬੰਦੇ ਔਡ ਜੌਬਸ ਕਰਦੇ ਰਹਿੰਦੇ, ਕੋਈ ਜਿਵੇਂ ਫਾਰਮ 'ਚ ਕਰਦੇ ਆ, ਕੋਈ ਕਲੀਨਿੰਗ ਦਾ ਕਰਦੇ ਆ, ਕੋਈ ਸੁਪਰ ਮਾਰਕੀਟ 'ਚ ਕਰਦੇ ਆ, ਕੋਈ ਮੈਕਡੋਨਲਡ, ਪੀਜ਼ਾ ਹਟ, ਇੱਦਾਂ ਦੀਆਂ ਬੜੀਆਂ ਜੌਬਸ ਹੁੰਦੀਆਂ ਹੈਗੀਆਂ, ਤੇ ਕੋਈ ਨਾ ਕੋਈ ਕੰਮ ਮਿਲ ਹੀ ਜਾਂਦਾ। ਇਹ ਸਭ ਤੋਂ ਵਧੀਆ ਚੀਜ਼ ਹੈ, ਰੇਸਿਜ਼ਮ ਨਹੀਂ ਹੈਗਾ ਨਾਲੇ ਉੱਥੇ।
ਬਾਕੀ ਮੈਂ ਇਹ ਵੀ ਜ਼ਰੂਰ ਇੱਕ ਕੁਐਸਚਨ ਆਏਗਾ ਕਿ ਜਿਹੜੇ ਸਟੂਡੈਂਟਸ ਇੱਥੋਂ ਜਾ ਰਹੇ ਨੇ ਉਹਨਾਂ ਨੂੰ ਕਿਹੜੇ ਕੋਰਸਸ ਅਡਾਪਟ ਕਰਨੇ ਚਾਹੀਦੇ ਨੇ ਤਾਂ ਕਿ ਉਹ ਨਿਊਜ਼ੀਲੈਂਡ ਦੇ ਵਿੱਚ ਅਗਰ ਸਕਿੱਲ ਕੈਟਾਗਰੀ ਦੀ ਗੱਲ ਕਰੀਏ ਜਾਂ ਜਿਹਦੇ ਵਿੱਚ ਕੀ ਹੈ ਕਿ ਉਹਨਾਂ ਦਾ ਫਿਊਚਰ ਬੇਸ਼ੱਕ ਉਹ ਵਾਪਸ ਆਉਣ ਤੇ ਉਹ ਬੈਸਟ ਹੋਵੇ ਉਹਨਾਂ ਦਾ ਫਿਊਚਰ, ਬੇਸ਼ੱਕ ਉਹ ਕਿਸੇ ਹੋਰ ਕੰਟਰੀ ਲਈ ਜੌਬ ਲਈ ਅਪਲਾਈ ਕਰਨ, ਤਾਂ ਉੱਥੇ ਬਹੁਤ ਸਾਰੇ ਕੋਰਸਸ ਜਿਸ ਤਰ੍ਹਾਂ ਸਰ ਨੇ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਕਾਲਜ ਦੇ ਵਿੱਚ ਇਹਨਾਂ ਦੇ ਦੋ ਇੰਸਟੀਚਿਊਟ ਜਿਹੜੇ ਹੈਗੇ ਨੇ ਉਹ ਬਹੁਤ ਵੱਡੇ ਇੰਸਟੀਚਿਊਟ ਨੇ ਔਰ ਬਹੁਤ ਵਧੀਆ ਇੰਸਟੀਚਿਊਟਸ ਨੇ ਜਿਨ੍ਹਾਂ ਦੇ ਵਿੱਚ ਐਮਪਲੋਇਮੈਂਟ ਸੈੱਲ ਆਲਰੇਡੀ ਹੈਗਾ, ਬਟ ਉੱਥੇ ਕੋਰਸਸ ਕਿਹੜੇ ਨੇ ਜਿਹੜੇ ਬਹੁਤ ਬੈਨੀਫੀਸ਼ੀਅਲ ਹੋ ਸਕਦੇ ਨੇ ਸਟੂਡੈਂਟਸ ਲਈ ਤਾਂ ਕਿ ਉਹਨਾਂ ਦਾ ਫਿਊਚਰ ਜਿਹੜਾ ਬੈਸਟ ਹੋ ਸਕੇ। ਅਸੀਂ ਜੇ ਹੁਣ ਪਹਿਲਾਂ ਗੱਲ ਕਰੀ ਕੋਰਸਿਸ ਦੇ ਹਿਸਾਬ ਨਾਲ ਵੀ ਵੈਸਟਰਨ ਇੰਸਟੀਚਿਊਟ ਆਫ ਟੈਕਨੋਲੋਜੀ ਗੱਲ ਕਰਦੇ ਜਿਹੜਾ ਨਿਊ ਪਲੀਮਥ ਹੈ, ਨਿਊ ਪਲੀਮਥ ਨੂੰ ਲੋਨਲੀ ਪਲੈਨਟ ਨੇ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਡਿਕਲੇਅਰ ਕੀਤਾ ਹੈ। ਸੈਕਿੰਡ ਹਾਈਐਸਟ GDP ਹੈਗੀ ਉੱਥੋਂ ਦੀ, ਆਇਲ ਐਕਸਪਲੋਰੇਸ਼ਨ ਛੋਟੇ ਇੰਡਸਟਰੀਆਂ ਬਹੁਤ ਹੈਗੀਆਂ ਤੇ ਉੱਥੇ ਕਾਲਜ ਵੱਲੋਂ ਲੋਕਲ ਟਰਾਂਸਪੋਰਟੇਸ਼ਨ ਤੁਹਾਡੀ ਫ੍ਰੀ ਹੈ ਫॉर ਦਾ ਡਿਊਰੇਸ਼ਨ ਆਫ ਪ੍ਰੋਗਰਾਮ। ਹੁਣ ਸਭ ਤੋਂ ਵਧੀਆ ਉੱਥੇ ਨੰਬਰ 1 ਕੋਰਸ ਆਉਂਦਾ ਸਿਵਲ ਤੇ ਮਕੈਨੀਕਲ ਇੰਜੀਨੀਅਰਸ ਲਈ, ਜਿਨ੍ਹਾਂ ਨੇ ਇੱਥੋਂ ਡਿਗਰੀ ਕੀਤੀ ਹੋਈ ਹੈ, ਉਹ ਹੈਗਾ ਗ੍ਰੈਜੂਏਟ ਡਿਪਲੋਮਾ ਇਨ ਹਾਈਵੇ ਇੰਜੀਨੀਅਰਿੰਗ। ਉਹ ਕੋਰਸ ਹੈਗਾ ਜਿਹੜਾ ਲੌਂਗ ਟਰਮ ਸਕਿੱਲ ਸ਼ਾਰਟੇਜ ਲਿਸਟ ਹੈਗਾ, 1 ਸਾਲ ਦਾ ਹੀ ਪ੍ਰੋਗਰਾਮ ਹੈ, 6 ਬੈਂਡ ਚਾਹੀਦੇ ਤੁਹਾਨੂੰ ਜਾਂ PT ਵੀ ਐਕਸੈਪਟੇਬਲ ਹੈ, ਉਸ ਤੋਂ ਬਾਅਦ ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਹੈ ਤੇ ਫਿਰ ਜਿਹੜੀ ਕਰੰਟ ਪਾਲਿਸੀ ਦੇ ਹਿਸਾਬ ਨਾਲ ਤੁਸੀਂ PR ਲਈ ਐਲੀਜੀਬਲ ਹੁੰਦੇ ਹੈਗੇ ਹੋ। ਫਿਰ ਉਹਨਾਂ ਤੋਂ ਬਾਅਦ ਉਹਨਾਂ ਕੋਲ ਹੈਗੀ ਹੈ +2 ਨਾਨ ਮੈਡੀਕਲ ਵਾਲਿਆਂ ਬੰਦਿਆਂ ਲਈ ਡਿਪਲੋਮਾ ਵੀ ਹੈ ਮਕੈਨੀਕਲ 'ਚ ਤੇ ਡਿਗਰੀ ਵੀ ਹੈ, ਸਿਵਲ ਇੰਜੀਨੀਅਰਿੰਗ 'ਚ ਵੀ ਡਿਪਲੋਮਾ ਹੈ, ਡਿਗਰੀ ਵੀ ਹੈ। ਜਿਹੜੀ ਡਿਗਰੀ ਹੈ ਉੱਥੇ 3 ਸਾਲ ਦੀ ਹੁੰਦੀ ਹੈ, ਉਹ ਵੀ 50% ਦੇ ਉੱਪਰ ਮਾਰਕਸ ਚਾਹੀਦੇ ਹੈ, 1-2 ਸਾਲ ਦਾ ਗੈਪ ਹੈ ਉਹ ਵੀ ਚੱਲਦਾ ਹੈਗਾ ਤੇ 6 ਬੈਂਡ ਜਾਂ PT ਦਾ 50 ਦਾ ਸਕੋਰ। ਫਿਰ ਉਹਨਾਂ ਕੋਲ ਕੁੜੀਆਂ ਲਈ ਬੈਚਲਰ ਆਫ ਨਰਸਿੰਗ ਹੈ ਬਹੁਤ ਵਧੀਆ, 3 ਸਾਲ ਦੀ ਬੈਚਲਰ ਆਫ ਨਰਸਿੰਗ ਹੈਗੀ, 6.5 ਬੈਂਡ ਈਚ ਚਾਹੀਦਾ ਹੈਗਾ। ਜੇ ਤੁਸੀਂ ਆਲਰੇਡੀ GNM ਕੀਤੀ ਹੋਈ ਹੈ ਤੁਹਾਨੂੰ 1 ਸਾਲ ਦਾ ਕ੍ਰਾਸ ਕ੍ਰੈਡਿਟ ਵੀ ਮਿਲ ਜਾਏਗਾ। ਫਿਰ ਜੇ ਬਾਈ ਚਾਂਸ ਬੱਚੇ ਦੇ 5.5 ਹੁੰਦੇ ਆ, ਕੁੜੀਆਂ ਮੈਡੀਕਲ ਕੀਤਾ ਹੈ, ਨਿਊਜ਼ੀਲੈਂਡ ਡਿਪਲੋਮਾ ਇਨ ਬਿਊਟੀ ਥੈਰੇਪੀ ਹੈ। ਜਾਂ ਫਿਰ ਇੱਕ ਉਹਨਾਂ ਕੋਲ ਲੌਂਗ ਟਰਮ ਸਕਿੱਲ ਸ਼ਾਰਟੇਜ ਦਾ ਕੋਰਸ ਹੈਗਾ ਡਿਪਲੋਮਾ ਇਨ ਕਲਨਰੀ ਆਰਟਸ, ਜਿਹੜਾ ਕੁਕਰੀ ਦਾ ਡਿਪਲੋਮਾ ਹੁੰਦਾ 4 ਤੇ 5 ਲੈਵਲ 4 ਤੇ 5 ਦਾ, ਉਹ ਆਰਟਸ ਵਾਲੇ ਬੱਚਿਆਂ ਲਈ ਤੇ ਕਾਮਰਸ ਵਾਲੇ ਬੱਚਿਆਂ ਲਈ ਬਹੁਤ ਵਧੀਆ ਹੈ। ਫਿਰ ਜਿਹੜੇ BBA ਕੀਤੀ ਹੋਈ ਹੈ, BCA ਕੀਤੀ ਹੋਈ ਹੈ, BCom ਕੀਤੀ ਹੋਈ ਹੈ, ਉਹਨਾਂ ਲਈ ਇਹਨਾਂ ਕੋਲ ਹੈਗਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ। ਉਹਦੇ 3 ਸਪੈਸ਼ਲਾਈਜੇਸ਼ਨ ਨੇ ਕਿ ਬਿਜ਼ਨਸ ਐਨਾਲਿਟਿਕਸ, ਹੈਲਥ ਕੇਅਰ, ਸਪਲਾਈ ਚੇਨ ਐਂਡ ਲੌਜਿਸਟਿਕ। ਫਿਰ ਕਾਫੀ ਸਾਰੇ ਗ੍ਰੈਜੂਏਟ ਡਿਪਲੋਮਾ ਵੀ ਹੈਗੇ, ਹਸਪਿਟੈਲਿਟੀ ਦਾ, ਅਕਾਊਂਟਿੰਗ ਦਾ, ਪ੍ਰੋਡਕਸ਼ਨ ਐਂਡ ਆਪਰੇਸ਼ਨ, ਇੱਦਾਂ ਦੇ ਬਹੁਤ ਸਾਰੇ ਕੋਰਸ ਨੇ। ਤੇ ਇੱਦਾਂ ਹੀ ਟੋਏ ਹੋਮ ਆਏ ਜਿਨ੍ਹਾਂ ਦੇ 2 ਕੈਂਪਸਿਸ ਹੈਗੇ ਆ, ਰੋਟੋਰਾ ਤੇ ਟੋਰੰਗਾ। ਮੈਂ ਰੋਟੋਰਾ 'ਚ ਰਹਿੰਦਾ, ਜਿਹੜੀ ਅਗੇਨ ਵਨ ਆਫ ਦੀ ਮੋਸਟ ਬਿਊਟੀਫੁਲ ਸਿਟੀ ਹੈ, 18 ਲੇਕਸ ਹੈਗੀਆਂ ਤੇ ਟੋਰੰਗਾ ਇਜ਼ ਦਾ ਫਾਸਟੈਸਟ ਗਰੋਇੰਗ ਸਿਟੀ ਆਫ ਨਿਊਜ਼ੀਲੈਂਡ, ਬਿਗੇਸਟ ਸੀਪੋਰਟ ਉੱਥੇ ਉਹ ਸਮੁੰਦਰ ਦੇ ਕਿਨਾਰੇ ਹੈਗਾ ਉੱਥੇ। ਉਹਨਾਂ ਕੋਲ ਬੜੇ ਸਭ ਤੋਂ ਵਧੀਆ ਕੋਰਸ ਹੈਗਾ ਇੱਕ ਗ੍ਰੈਜੂਏਟ ਡਿਪਲੋਮਾ ਇਨ ਹੈਲਥ ਐਂਡ ਰਿਹੈਬਿਲਿਟੇਸ਼ਨ, ਉਹ ਹੈਗਾ BSc ਨਰਸਿੰਗ ਵਾਲਿਆਂ ਲਈ, ਜਿਹਨੇ ਫਿਜ਼ੀਓਥੈਰੇਪੀ ਕੀਤੀ ਹੋਏ, ਸੋਸ਼ਲ ਵਰਕ ਕੀਤਾ ਹੋਏ, ਉਹਨਾਂ ਲਈ ਉਹ ਸਭ ਤੋਂ ਵਧੀਆ। ਫਿਰ ਹੈ ਗ੍ਰੈਡ ਡਿਪ ਇਨ ਇਨਫੈਕਸ਼ਨ ਰਿਸਕ ਮੈਨੇਜਮੈਂਟ, ਫਾਰਮੇਸੀ ਲਈ, ਮਾਈਕਰੋਬਾਇਓਲੋਜੀ, ਬਾਇਓਟੈਕਨੋਲੋਜੀ ਲਈ ਉਹ ਜਾ ਸਕਦੇ ਹੈ। ਫਿਰ ਹੈਗਾ ਉਹਨਾਂ ਕੋਲ ਗ੍ਰੈਡ ਡਿਪ ਇਨ ਮੈਂਟਰਿੰਗ ਐਂਡ ਲੀਡਰਸ਼ਿਪ, ਜਿਨ੍ਹਾਂ ਨੇ B.Ed ਕੀਤੀ ਹੁੰਦੀ ਹੈਗੀ ਹੈ ਜਾਂ ਕਾਉਂਸਲਿੰਗ ਦਾ ਐਕਸਪੀਰੀਅੰਸ ਹੁੰਦਾ ਹੈ, 6 ਬੈਂਡ ਹੋਣ ਉਹ ਜਾ ਸਕਦੇ ਹੈ। ਫਿਰ ਹੈ ਮਾਸਟਰ ਆਫ ਅਰਲੀ ਚਾਈਲਡਹੁੱਡ ਵਿਚ ਲੀਡਸ ਟੂ ਰਜਿਸਟ੍ਰੇਸ਼ਨ ਐਜ਼ ਅ ਅਰਲੀ ਚਾਈਲਡਹੁੱਡ ਟੀਚਰ, ਉਹਦੇ ਲਈ 70% ਮਾਰਕਸ ਡਿਗਰੀ ਚਾਹੀਦੇ ਹੈ ਤੇ 7 ਬੈਂਡ ਈਚ ਮੋਡਿਊਲ ਹੋਣਾ ਚਾਹੀਦਾ ਹੈ। ਫਿਰ ਉਹਨਾਂ ਕੋਲ ਵੀ ਕੁਕਰੀ ਦਾ ਡਿਪਲੋਮਾ, ਬੇਕਰੀ ਦਾ ਡਿਪਲੋਮਾ, ਮਕੈਨੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ, ਕੁਆਂਟਿਟੀ ਸਰਵੇਇੰਗ, ਕੰਸਟਰਕਸ਼ਨ, ਬੈਚਲਰ ਆਫ ਅਪਲਾਈਡ ਮੈਨੇਜਮੈਂਟ, ਬੈਚਲਰ ਆਫ ਹਸਪਿਟੈਲਿਟੀ ਐਂਡ ਟੂਰਿਜ਼ਮ, ਇਹ ਸਾਰੇ ਕੋਰਸਿਸ ਹੈਗੇ ਹੈ। ਫਿਰ ਇੱਕ ਉਹਨਾਂ ਕੋਲ ਮਾਸਟਰ ਆਫ ਮੈਨੇਜਮੈਂਟ ਹੈਗਾ, ਜਿਹੜੀ 18 ਮਹੀਨੇ ਦੀ ਮਾਸਟਰ ਹੁੰਦੀ ਹੈ, 1 ਸਾਲ ਦੀ PG ਹੁੰਦੀ ਹੈ। ਉਹਦੇ ਸਪੈਸ਼ਲਾਈਜੇਸ਼ਨ ਹੈਗੀਆਂ ਹੈਲਥ, ਹਸਪਿਟੈਲਿਟੀ ਤੇ ਬਿਜ਼ਨਸ, ਉਹਦੇ ਲਈ 6.5 ਬੈਂਡ ਵਿਦ ਨੋ ਬੈਂਡ ਲੈਸ ਦੈਨ 6 ਚਾਹੀਦਾ ਹੈਗਾ। ਤੇ ਮਾਸਟਰ ਦੇ ਇੱਕ ਐਡਵਾਂਟੇਜ ਹੋਰ ਹੈ ਨਿਊਜ਼ੀਲੈਂਡ ਵਿੱਚ, ਅਗਰ ਤੁਸੀਂ ਕੋਈ ਬੱਚਾ ਮੈਰਿਡ ਹੈਗਾ ਤੇ ਉਹ ਸਪਾਊਸ ਫੁੱਲ ਟਾਈਮ ਵਰਕ ਪਰਮਿਟ ਤੇ ਜਾ ਸਕਦਾ ਹੈ ਤੇ ਇਫ ਯੂ ਹੈਵ ਕਿਡਸ 5 ਈਅਰ ਐਂਡ ਅਬਵ ਦੈਨ ਪ੍ਰਾਇਮਰੀ ਐਂਡ ਸੈਕੰਡਰੀ ਐਜੂਕੇਸ਼ਨ ਇਜ਼ ਫ੍ਰੀ। ਇਹ ਵਾਲੀ ਚੀਜ਼ ਹੋਰ ਵਰਲਡ ਵਿੱਚ ਕਿਸੇ ਵੀ ਕੰਟਰੀ 'ਚ ਨਹੀਂ ਹੈਗੀ। ਤੇ ਇਹ ਅੱਜ ਕੱਲ੍ਹ ਦੀ ਕਰੰਟ ਇਮੀਗ੍ਰੇਸ਼ਨ ਪੋਲਿਸੀ ਦੇ ਹਿਸਾਬ ਨਾਲ ਤੁਸੀਂ 18 ਮਹੀਨੇ ਦੀ ਮਾਸਟਰ ਕਰਦੇ ਹੋ ਤੁਹਾਨੂੰ 3 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਹੈਗਾ, ਤੁਸੀਂ ਪੂਰੀ ਫੈਮਿਲੀ ਨਾਲ ਉੱਥੇ ਜਾ ਸਕਦੇ ਹੈਗੇ ਹੋ। ਤੇ ਇੱਕ ਹੁਣ ਜਿਵੇਂ MBA ਆ ਜਾਂਦੇ ਬੰਦੇ ਜਿਨ੍ਹਾਂ ਨੇ M.Com ਕੀਤੀ ਹੋਈ, ਉਹ ਕਈ ਵਾਰੀ ਸਮਝ ਨਹੀਂ ਆਉਂਦੇ ਉਹਨੂੰ ਕਿਹੜਾ ਕੋਰਸ ਦੇਵੋ, ਉਹਦੇ ਲਈ ਸਾਡੇ ਕੋਲ ਹੈਗਾ ਮਾਸਟਰ ਆਫ ਮੈਨੇਜਮੈਂਟ ਬਾਈ ਰਿਸਰਚ ਵਿਚ ਇਜ਼ ਲਾਈਕ ਅ ਫਸਟ ਈਅਰ ਆਫ PhD। ਉਹ 1 ਸਾਲ ਦੀ ਮਾਸਟਰ ਹੈਗੀ ਹੈ ਪੂਰੀ ਰਿਸਰਚ ਓਰੀਐਂਟਡ, ਤੇ ਉਹਦੇ 'ਚ ਬੱਚਾ ਫੁੱਲ ਟਾਈਮ ਕੰਮ ਵੀ ਕਰ ਸਕਦਾ ਨਾਲ ਰਿਸਰਚ ਦੇ, ਤੇ ਉਹ ਸਾਰੀ ਫੀਸ $24-25,000 ਹੈਗੀ ਹੈ। ਨਿਊਜ਼ੀਲੈਂਡ ਮੈਕਸਿਮਮ ਕੋਰਸਾਂ ਦੀ ਫੀਸ ਹੈਗੀ ਹੈ ਕੋਈ $20,000। ਤੇ ਮੇਨ ਚੀਜ਼ ਨਿਊਜ਼ੀਲੈਂਡ 'ਚ ਆ ਜਾਂਦੀ ਹੈ ਫੰਡਿੰਗ ਦੀ। ਜਿਵੇਂ ਸਰ ਆਪਾਂ ਜੇ ਵੀਜ਼ਾ ਦੀ ਗੱਲ ਕਰੀਏ ਨਾ, ਫੰਡਿੰਗ 'ਚ ਇਹ ਹੋ ਜਾਂਦਾ ਹੈਗਾ ਵੀ ਤੁਹਾਨੂੰ 6 ਮਹੀਨੇ ਪੁਰਾਣੇ ਫੰਡਸ ਹੋਣੇ ਚਾਹੀਦੇ ਹੈ। ਤੁਸੀਂ ਜੇ ਅਗਰ 2 ਸਾਲ ਦੇ ਕੋਰਸ 'ਚ ਜਾ ਰਹੇ ਹੋ, ਪਹਿਲੇ ਸਾਲ ਦੇ ਫੰਡ ਦਿਖਾਣੇ, ਦੂਸਰੇ ਸਾਲ ਦਾ ਪਲਾਨ ਦਿਖਾ ਸਕਦੇ ਹੋ, ਜਾਂ ਤੁਸੀਂ ਬੈਂਕ ਤੋਂ ਲੋਨ ਲੈ ਸਕਦੇ ਹੈਗੇ ਹੋ। ਬਸ ਫੰਡਿੰਗ ਦੇ ਮਾਮਲੇ 'ਚ ਨਿਊਜ਼ੀਲੈਂਡ ਥੋੜਾ ਕੇਅਰਫੁਲ ਰਹਿੰਦਾ ਹੈ, ਬਾਕੀ ਚੀਜ਼ਾਂ ਲਈ ਬਾਕੀ ਸਾਰੀ ਕੰਟਰੀਆਂ ਨਾਲੋਂ ਬਹੁਤ ਵਧੀਆ ਹੈਗਾ ਸਰ। ਬਿਲਕੁਲ ਜੀ। ਦੇਖੋ ਸਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਹੈਗੇ ਨੇ ਜਿਹੜੇ ਪਿਛਲੇ ਜਨਵਰੀ ਇਨਟੇਕ ਦੇ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਆ ਅਪਲਾਈ ਕੀਤਾ, ਜਾਂ ਜਿਨ੍ਹਾਂ ਨੇ ਕੈਨੇਡਾ ਅਪਲਾਈ ਕੀਤਾ, ਜਾਂ ਕਿਤੇ ਯੂਰਪ ਅਪਲਾਈ ਕੀਤਾ, UK ਅਪਲਾਈ ਕੀਤਾ।
ਬਟ ਉਹਨਾਂ ਦੇ ਨਾ ਵੀਜ਼ਾ ਨਹੀਂ ਹੋ ਪਾਏ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਡਾ ਵੀਜ਼ਾ ਕਿਸੇ ਕਾਰਨ ਕਰਕੇ ਰਹਿ ਜਾਂਦਾ ਹੈ, ਕਿਉਂਕਿ ਪਿੱਛੇ ਜੇ ਕੈਨੇਡਾ ਬਹੁਤ ਸਟ੍ਰਿਕਟ ਰਿਹਾ ਔਰ ਉਹਨਾਂ ਨੇ ਬਹੁਤ ਸਾਰੀਆਂ ਰਿਫਿਊਜ਼ਲਸ ਦਿੱਤੀਆਂ ਨੇ। ਔਰ ਪਰ ਉਹ ਜਿਹੜਾ ਬੱਚਾ ਹੈਗਾ ਹੈ ਉਹ ਯੂਕੇ ਨਹੀਂ ਜਾਣਾ ਚਾਹੁੰਦਾ, ਜਾਂ ਉਹਨੇ ਆਸਟ੍ਰੇਲੀਆ ਅਪਲਾਈ ਕੀਤਾ, ਉਸ ਤੋਂ ਬਾਅਦ ਆਸਟ੍ਰੇਲੀਆ ਰਿਫਿਊਜ਼ ਹੋ ਗਿਆ, ਜਾਂ ਫਿਰ ਹੋਰ ਕਈ ਰੀਜ਼ਨ ਹੋ ਸਕਦੇ। ਬਟ ਉਹਨਾਂ ਨੇ ਕੀ ਕੀਤਾ ਹੁੰਦਾ ਕਿ ਉਹਨਾਂ ਦੇ ਫੰਡ ਜਿਹੜੇ ਨੇ ਪੁਰਾਣੇ ਪਏ ਹੁੰਦੇ ਨੇ ਸਾਡੇ ਕੋਲ। ਉਹ ਹੁੰਦਾ ਹੈ ਕਿ ਤੁਸੀਂ ਜੀ 6-7 ਮਹੀਨੇ ਪਹਿਲਾਂ ਫੰਡ ਸ਼ੋ ਕਰਵਾਏ ਸੀ ਜਾਂ ਕਰੇ ਸੀ, ਜਾਂ ਤੁਹਾਡੇ ਅਕਾਊਂਟ 'ਚ ਪਏ ਹੋਏ ਨੇ, ਜਾਂ ਪੇਰੈਂਟਸ ਦੇ ਅਕਾਊਂਟ ਵਿੱਚ ਪਏ ਹੋਏ ਨੇ। ਉਹ ਜਿਹੜੇ ਫੰਡਸ ਹੈਗੇ ਨੇ ਤੁਹਾਡੇ, ਉਹ ਤੁਸੀਂ ਜਿਹੜਾ ਹੈ ਇੱਕ ਨਿਊਜ਼ੀਲੈਂਡ ਲਈ ਯੂਟਿਲਾਈਜ਼ ਕਰ ਸਕਦੇ ਹੋ। ਬਟ ਦੇਖੋ ਫੰਡ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਜਿਹੜਾ ਹੈ ਉਹ ਬਹੁਤ ਸਟ੍ਰਿਕਟ ਹੈਗਾ, ਤੇ ਸਾਨੂੰ ਪ੍ਰੋਪਰ ਤਰੀਕੇ ਨਾਲ ਦੇਖਣਾ ਪਏਗਾ ਕਿ ਜਿਹੜੇ ਫੰਡਸ ਹੈਗੇ ਨੇ ਜੈਨੂਇਨ ਹੋਣੇ ਬਹੁਤ ਜ਼ਰੂਰੀ ਨੇ। ਕਿਉਂਕਿ ਜਿਹੜੇ ਫੰਡਸ ਨੇ ਤੁਹਾਨੂੰ ਕਿੱਥੋਂ ਆਏ ਨੇ, ਕਿਹੜੇ ਕੀ ਤੁਸੀਂ ਕੋਈ ਪ੍ਰੋਪਰਟੀ ਸੇਲ ਕੀਤੀ ਹੈ, ਜਾਂ ਫਿਰ ਤੁਹਾਡੀ ਕੋਈ ਫਾਦਰ ਸਾਹਿਬ ਦੀ ਇਨਕਮ ਹੈਗੀ ਆ, ਜਾਂ ਕਿਸੇ ਕੰਪਨੀ 'ਚ ਕੰਮ ਕਰਦੇ ਹੋ ਉੱਥੋਂ ਆਏ ਨੇ, ਤੇ ਮਤਲਬ ਕਿਸੇ ਵੀ ਜਗ੍ਹਾ ਤੋਂ ਪ੍ਰੋਪਰ ਇੱਕ ਵੇ ਦੇ ਨਾਲ ਉਹ ਜਿਹੜਾ ਫੰਡ ਜਿਹੜਾ ਹੋਣਾ ਬਹੁਤ ਜ਼ਰੂਰੀ ਹੈਗਾ। ਕਿਉਂਕਿ ਨਿਊਜ਼ੀਲੈਂਡ ਗਵਰਨਮੈਂਟ ਜਿਹਨੂੰ ਧਿਆਨ ਨਾਲ ਦੇਖਦੀ ਹੈ, ਪ੍ਰੋਪਰ ਤੁਹਾਡੇ 1 ਈਅਰ ਦੀ ਸਟੇਟਮੈਂਟ ਜਿਹੜੀ ਆ ਉਹ ਚਾਹੀਦੀ ਹੁੰਦੀ ਹੈ, ਤਾਂ ਕਿ ਉਹ ਪ੍ਰੋਪਰ ਉਹਨੂੰ ਦੇਖ ਪਾਉਣ ਕਿ ਇਹ ਫੰਡ ਦਾ ਸੋਰਸ ਕੀ ਹੈਗਾ। ਤਾਂ ਇਸ ਕਰਕੇ ਜਿਹੜੇ ਵੀ ਸਟੂਡੈਂਟਸ ਜਿਹੜੇ ਨੇ ਜਨਰਲੀ ਬੈਕਗਰਾਊਂਡ ਨਾਲ ਜਿਹੜੇ ਬਿਲੋਂਗ ਕਰਦੇ ਨੇ, ਜਿਨ੍ਹਾਂ ਦੇ ਪੇਰੈਂਟਸ ਅੱਛੀ ਇਨਕਮ ਵਾਲੇ ਹੈਗੇ ਨੇ, ਔਰ ਜਿਨ੍ਹਾਂ ਦੇ ਕੋਲ ਅੱਛੇ ਫੰਡਸ ਹੈਗੇ ਨੇ, ਔਰ ਬਹੁਤ ਪੁਰਾਣੇ ਟਾਈਮ ਤੋਂ ਜਿਹੜੇ ਉਹ ਫੰਡਸ ਹੈਗੇ ਨੇ, ਉਹ ਸਾਰੇ ਬੱਚੇ ਜਿਹੜੇ ਹੈਗੇ ਨੇ ਉਹ ਮੈਂ ਕਹਾਂਗਾ ਕਿ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਨੇ। ਕਿਉਂਕਿ ਨਿਊਜ਼ੀਲੈਂਡ ਜਾ ਕੇ ਜਿਹੜਾ ਹੈ ਜੋ ਤੁਹਾਨੂੰ ਅਗਰ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ ਕਿ ਜੀ ਅਸੀਂ ਉੱਥੇ PR ਜਲਦੀ ਮਿਲ ਜਾਂਦੀ ਹੈ ਜਾਂ ਕੁਝ ਵੀ ਹੈਗਾ, ਜਾਂ ਉੱਥੇ ਸਟੱਡੀ ਜਿਹੜੀ ਹੈ, ਬਟ ਮੈਂ ਕਹਾਂਗਾ ਕਿ ਅਗਰ ਤੁਸੀਂ ਨਿਊਜ਼ੀਲੈਂਡ ਇੱਕ ਵਾਰੀ ਜਾਣੇ ਹੋ ਤਾਂ ਨਿਊਜ਼ੀਲੈਂਡ ਤੁਹਾਨੂੰ ਉਸ ਤੋਂ ਬੈਸਟ ਹੀ ਇਨਵਾਇਰਨਮੈਂਟ ਮਿਲੇਗਾ। ਔਰ ਉੱਥੇ ਜਾ ਕੇ ਜਿਹੜਾ ਹੈ ਬਹੁਤ ਜ਼ਿਆਦਾ ਮੈਂ ਕਹਾਂਗਾ ਪਿਛਲੇ 3 ਸਾਲ ਤੋਂ ਕੋਈ ਗਿਆ ਨਹੀਂ ਹੈ, ਕਾਫੀ ਬੱਚੇ ਜਿਹੜਾ ਹੈ ਉੱਥੇ ਮਤਲਬ ਜਿਹੜੇ ਪਹਿਲਾਂ ਪਹੁੰਚੇ ਹੋਏ ਸੀ ਉਹੀ ਨੇ, ਹਜੇ ਤੱਕ ਬੱਚੇ ਜਿਹੜੇ ਇੱਥੋਂ ਗਏ ਨਹੀਂ ਆ। ਤਾਂ ਬਹੁਤ ਸਾਰੀ ਅਪਰਚੁਨਿਟੀਜ਼ ਤੁਹਾਨੂੰ ਮਿਲ ਸਕਦੀਆਂ ਨੇ, ਕਿਉਂਕਿ ਹੁਣ ਫਿਰ ਦੁਬਾਰਾ ਤੋਂ ਨਿਊਜ਼ੀਲੈਂਡ ਸਟਾਰਟ ਹੋਇਆ, ਔਰ ਇਸ ਦੇ ਵਿੱਚ ਜਿਹੜਾ ਹੈ ਪ੍ਰੈਫਰੈਂਸ ਦਿੱਤੀ ਜਾਏਗੀ ਉਹਨਾਂ ਸਟੂਡੈਂਟਸ ਨੂੰ ਜਿਹੜੇ ਪਹਿਲਾਂ ਜਾਣਗੇ। ਉਹਨਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਲਈ ਬੈਸਟ ਹੋ ਸਕਦੀਆਂ ਨੇ। ਤੁਹਾਨੂੰ ਕੰਮ ਸਰਚ ਕਰਨ ਵਿੱਚ ਕੋਈ ਦਿੱਕਤ ਨਹੀਂ ਹੋ ਸਕਦੀ। ਤੁਹਾਨੂੰ ਵਧੀਆ ਕੋਰਸਿਸ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਤੁਹਾਨੂੰ ਇੰਪਲੋਇਮੈਂਟ ਤੁਹਾਨੂੰ ਆਰਾਮ ਨਾਲ ਮਿਲ ਸਕਦੀ ਹੈ। ਤੇ ਇਹ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਨਿਊਜ਼ੀਲੈਂਡ ਲਈ ਸੋਚ ਸਕਦੇ ਹੋ ਅਗਰ ਤੁਸੀਂ ਆਪਣਾ ਪਲਾਨ ਕਰ ਰਹੇ ਹੋ ਨਿਊਜ਼ੀਲੈਂਡ ਜਾਣ ਦਾ। ਔਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਨਰਸਿੰਗਸ ਦੇ ਵਿੱਚ ਬਹੁਤ ਅੱਛੇ ਆਪਸ਼ਨਸ ਹੈਗੀਆਂ ਨੇ, ਮਾਸਟਰ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ। ਤੇ ਕੀ ਜਿਹੜਾ 6 ਓਵਰਆਲ ਬੈਂਡ ਹੈ ਉਹ ਲੈਵਲ 8 ਲਈ ਵੀ ਸੇਮ ਰਹੇਗਾ ਜਾਂ ਲੈਵਲ 8 ਲਈ ਜ਼ਿਆਦਾ ਹੋਏਗਾ? ਮਤਲਬ ਹੋ ਜਾਂਦਾ ਉੱਥੇ ਲੈਵਲ 4-5 ਲਈ ਤੁਹਾਨੂੰ ਸਿਰਫ 5.5 ਵਿਦ ਨੋ ਬੈਂਡ ਲੈਸ ਦੈਨ 5 ਚਾਹੀਦਾ ਹੈ, ਤੇ ਤੁਹਾਨੂੰ ਲੈਵਲ 6 ਤੇ ਜਾਂ 7 ਲਈ ਜਾਣ ਲਈ 6 ਵਿਦ ਨੋ ਬੈਂਡ ਲੈਸ ਦੈਨ 5.5 ਤੇ PT ਜਾਂ 50 ਦਾ ਸਕੋਰ, ਨੋ ਮੋਡਿਊਲ ਲੈਸ ਦੈਨ 42, ਤੇ ਲੈਵਲ 8 ਐਂਡ ਅਬਵ ਲਈ 6.5 ਵਿਦ ਨੋ ਬੈਂਡ ਲੈਸ ਦੈਨ 6 ਚਾਹੀਦਾ ਹੈ। ਤੇ ਜਿਵੇਂ ਇਦਾਂ ਹੀ ਸਰ ਕਰ ਰਹੇ ਸੀਗੇ, ਹੁਣ ਸਾਡੇ ਕੋਲ ਇਸ ਟਾਈਮ ਜੁਲਾਈ ਦੀਆਂ ਸੀਟਾਂ ਵੀ ਹਜੇ ਅਵੇਲੇਬਲ ਹੈਗੀਆਂ। ਜੁਲਾਈ ਦੀਆਂ ਹੋਣਗੀਆਂ ਅੰਡਰ ਸਪੈਸ਼ਲ ਨੋਮੀਨੇਸ਼ਨ। ਤੁਸੀਂ ਕੋਈ ਵੀ ਲੌਂਗ ਟਰਮ ਸਕਿੱਲ ਸ਼ਾਰਟੇਜ ਲਿਸਟ ਕਰਦੇ ਹੋ ਅਪਲਾਈ, ਜਿਵੇਂ ਕੁਕਰੀ ਹੋ ਗਿਆ, ਇੰਜੀਨੀਅਰਿੰਗ ਹੋ ਗਿਆ, ਮਕੈਨੀਕਲ, ਸਿਵਲ, ਹਾਈਵੇ ਇੰਜੀਨੀਅਰਿੰਗ, ਪੋਸਟ ਗ੍ਰੈਜੂਏਟ ਇਨ ਬਿਜ਼ਨਸ ਐਨਾਲਿਟਿਕਸ, ਇਹਨਾਂ ਸਾਰਿਆਂ ਲਈ ਸਾਡੇ ਕੋਲ ਸੀਟਾਂ ਅਵੇਲੇਬਲ ਹੈਗੀਆਂ। ਤੁਸੀਂ ਉਹ ਹੁਣੇ ਇਹਨਾਂ ਨੂੰ ਈਜ਼ੀਵੇ ਵਾਲਿਆਂ ਨੂੰ ਕੰਟੈਕਟ ਕਰਕੇ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ, ਤਾਂ ਕਿ ਸਰ ਤੁਹਾਡਾ ਸਾਰਾ ਦੇਖ ਸਕਣ ਵੀ ਤੁਹਾਡੇ ਫਾਈਲ ਸਾਰੀ ਠੀਕ ਹੈ। ਜੁਲਾਈ ਇਨਟੇਕ 'ਚ ਆ ਸਕਦੇ ਹੋ। ਜਿਹੜੇ ਬੱਚਿਆਂ ਦਾ ਜੁਲਾਈ ਤੱਕ ਜੇ ਫੰਡਸ ਨਹੀਂ ਤਿਆਰ ਜਾਂ ਕੋਈ ਪ੍ਰੋਬਲਮ ਆਉਂਦੀ ਉਹਨਾਂ ਲਈ ਫਿਰ ਨੈਕਸਟ ਇਨਟੇਕ ਨਵੰਬਰ ਇਨਟੇਕ ਅਵੇਲੇਬਲ ਹੈਗੀ ਹੈ। ਤੇ ਨਾਲੇ ਇੱਕ ਚੀਜ਼ ਮੈਂ ਇਹ ਹੋਰ ਐਡ ਕਰਨਾ ਚਾਹਾਂਗਾ ਵੀ ਸਭ ਤੋਂ ਪਹਿਲਾਂ ਬੱਚੇ ਨੂੰ ਇੱਥੋਂ ਜੋ ਜਾਣਾ ਹੋਏ ਇਹ ਸੋਚ ਕੇ ਜਾਣਾ ਚਾਹੀਦਾ ਹੈ ਕਾਲਜ ਜਿਹੜਾ ਮੇਰਾ ਕੋਰਸ ਹੈ ਉਹ ਮੇਰੀ ਬੈਕਗਰਾਊਂਡ ਦੇ ਨਾਲ ਰੈਲੀਵੈਂਟ ਹੋਣਾ ਚਾਹੀਦਾ ਹੈ। ਬੜੇ ਲੋਕ ਹੁੰਦੇ ਉਹ ਰੈਲੀਵੈਂਟ ਕੋਰਸ ਨਹੀਂ ਜਾਂਦੇ, ਇਸ ਲਈ ਉਹਨਾਂ ਦੇ ਵੀਜ਼ਾ ਰਿਜੈਕਸ਼ਨ ਹੋ ਜਾਂਦੀ ਹੈ। ਕਈ ਵਾਰੀ ਕੀ ਹੁੰਦਾ ਨਿਊਜ਼ੀਲੈਂਡ 'ਚ ਜਿਵੇਂ 15-15 20-20 ਸਾਲ ਵਾਲਾ ਬੰਦਾ ਵੀ ਜਾ ਸਕਦਾ ਹੈ ਗੈਪ ਵਾਲਾ, ਲੇਕਿਨ ਉਹਦੇ ਕੋਲ ਅਗਰ ਜੈਨੂਅਨ ਵਰਕ ਐਕਸਪੀਰੀਅੰਸ ਹੈਗਾ ਜਿਹੜਾ ਵੈਰੀਫਾਈਬਲ ਵਰਕ ਐਕਸਪੀਰੀਅੰਸ ਹੋਏ, ਉਹ ਵਾਲਾ ਬੰਦਾ ਵੀ ਇੱਥੇ ਜਾ ਸਕਦਾ ਹੈ। 1-2 ਸਾਲ ਤੱਕ ਤੁਸੀਂ ਚਲੋ ਫਿਰ ਵੀ ਹੁਣ ਕੋਵਿਡ ਕਰਕੇ ਆਪਾਂ ਐਕਸਪਲੇਨ ਕਰ ਸਕਦੇ ਹਾਂ ਵੀ ਕੋਵਿਡ ਕਰਕੇ ਬੱਚਾ ਨਹੀਂ ਪੜ੍ਹ ਸਕਿਆ ਜਾਂ ਕੀ ਹਾਲਾਤ ਘਰ ਦੇ ਖਰਾਬ ਸੀਗੇ। 20 ਵਾਲੇ ਪਾਸ ਆਊਟ ਵਾਲੇ ਬੱਚੇ ਵੀ ਜਾ ਸਕਦੇ ਅਗਰ ਤੁਹਾਡੇ ਕੋਲ ਫੰਡ ਸਾਰੇ ਜੈਨੂਅਨ ਹੈਗੇ। ਉਹ ਤੁਸੀਂ ਸਾਰੇ ਆ ਕੇ ਆਪਣਾ ਈਜ਼ੀਵੇ ਕੰਸਲਟੈਂਟ ਨੂੰ ਕੰਟੈਕਟ ਕਰੋ ਤੇ ਆਪਣਾ ਸੁਨਹਿਰਾ ਭਵਿੱਖ ਬਣਾਓ। ਦੇਖੋ ਜੀ, ਜਿਸ ਤਰ੍ਹਾਂ ਸਰ ਨੇ ਗੱਲ ਕੀਤੀ ਕਿ ਜਿਹੜਾ ਹੈ 15-16 ਸਾਲ ਦੇ ਗੈਪ ਵਾਲਾ ਬੰਦਾ ਵੀ ਜਾ ਸਕਦਾ, ਤੇ ਮੇਰੇ ਕੋਲ ਇਹਦੀ ਇੱਕ ਐਗਜ਼ਾਮਪਲ ਹੈਗੀ ਹੈ ਕਿ ਅਸੀਂ 2017 ਦੇ ਵਿੱਚ ਜਾਂ 18 ਦੇ ਵਿੱਚ, ਮੈਂ ਹੁਣ ਪ੍ਰੋਪਰ ਮੈਨੂੰ ਯਾਦ ਨਹੀਂ ਹੈ, ਬਟ ਉਹ ਉਹਨਾਂ ਨੂੰ ਅੱਜ ਸਿਟੀਜ਼ਨ ਮਿਲ ਚੁੱਕੀ ਹੈ। ਉਹ ਬੰਦਾ ਜਿਹੜਾ ਹੈਗਾ ਉਹ ਘੱਟੋ ਘੱਟ ਵੀ ਜਿਹੜਾ ਉਹਦੀ ਬੈਕਗਰਾਊਂਡ ਸੀ ਉਹ 42 ਈਅਰ ਦਾ ਸੀ ਉਸ ਟਾਈਮ, ਔਰ 42 ਈਅਰ ਤੋਂ ਬਾਅਦ ਅਸੀਂ ਉਹਨੂੰ ਲੈਵਲ 8 ਵਿੱਚ ਪਾਇਆ ਔਰ ਉਹਨਾਂ ਦਾ ਜਿਹੜਾ ਹੈ ਪ੍ਰੋਪਰ ਵੀਜ਼ਾ ਲੱਗਿਆ, ਕੋਈ ਦਿੱਕਤ ਨਹੀਂ ਆਈ। ਔਰ ਅੱਜ ਉਹ ਪੂਰੀ ਫੈਮਿਲੀ ਨਾਲ ਉੱਥੇ ਸੈਟਲ ਆ, ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਪਏ ਨੇ ਔਰ ਉਹ ਪ੍ਰੋਪਰ ਕੰਮ ਤੇ ਉਹਨਾਂ ਦੀ ਵਾਈਫ ਵੀ ਸਾਰੇ ਮਤਲਬ ਪ੍ਰੋਪਰ ਮੈਂ ਕਹਾਂਗਾ ਕਿ ਬਹੁਤ ਵਧੀਆ ਤਰੀਕੇ ਨਾਲ ਸੈਟਲ ਹੈ। ਇਸ ਕਰਕੇ ਪੜ੍ਹਾਈ ਦੀ ਮੈਂ ਕਹਾਂਗਾ ਨਿਊਜ਼ੀਲੈਂਡ 'ਚ ਸਪੈਸ਼ਲੀ ਕੋਈ ਉਮਰ ਨਹੀਂ ਹੈ। ਅਗਰ ਤੁਸੀਂ ਅੱਛੇ ਬੈਕਗਰਾਊਂਡ ਨਾਲ ਹੈ, ਗੈਪ ਨਹੀਂ ਹੈ, ਇਟ ਮੀਨਸ ਕਿ ਤੁਸੀਂ ਵਰਕਿੰਗ ਹੋ ਔਰ ਪ੍ਰੋਪਰ ਤਰੀਕੇ ਨਾਲ ਤੁਹਾਡੇ ਕੋਲ ਸੈਲਰੀ ਸਲਿੱਪਸ ਹੈਗੀਆਂ ਨੇ, ਤੁਹਾਡੇ ਕੋਲ ਸੈਲਰੀ ਅਕਾਊਂਟ ਵਿੱਚ ਆ ਰਹੀ ਹੈ, ਤੁਹਾਡੇ ਕੋਲ ਰਿਕਮੈਂਡੇਸ਼ਨ ਲੈਟਰਸ ਹੈਗੀਆਂ ਨੇ, ਔਰ
ਉਸ ਤੋਂ ਇਲਾਵਾ ਜਿਹੜਾ ਜੋ ਵੀ ਤਾਂ ਕਿ ਅਸੀਂ ਐਮਬੈਸੀ ਨੂੰ ਪ੍ਰੂਵ ਕਰ ਪਾਈਏ ਕਿ ਤੁਹਾਨੂੰ ਨੈਕਸਟ ਸਟੱਡੀ ਦੀ ਲੋੜ ਹੈਗੀ ਹੈ, ਤਾਂ ਕਿ ਤੁਸੀਂ ਆਪਣਾ ਜਿਹੜਾ ਫਿਊਚਰ ਉਹਨੂੰ ਹੋਰ ਬੈਟਰ ਕਰ ਪਾਓ। ਤੁਸੀਂ ਵਾਪਸ ਆਓ, ਬੇਸ਼ੱਕ ਤੁਸੀਂ ਇੱਥੇ ਆ ਕੇ ਜਿਹੜਾ ਇੱਕ ਹਾਇਰ ਲੈਵਲ ਦੀ ਜਿਹੜੀ ਸਟੱਡੀ ਲੈ ਕੇ ਜਿਹੜਾ ਹੈ ਆਪਣੇ ਫਿਊਚਰ ਲਈ ਵਧੀਆ ਕਰਨ ਲਈ ਜਾ ਰਹੇ ਹੋ, ਤਾਂ ਹੀ ਤੁਹਾਨੂੰ ਜਿਹੜਾ ਹੈ ਵੀਜ਼ਾ ਦੀ ਲੋੜ ਹੈਗੀ ਆ। ਤਾਂ ਇਸ ਕਰਕੇ ਕੋਈ ਵੀ ਤਰ੍ਹਾਂ ਦੀ ਬੈਕਗਰਾਉਂਡ ਵਾਲਾ ਅਗਰ ਸਟੂਡੈਂਟ ਹੈਗਾ ਉਹ ਇੱਕ ਵਾਰੀ ਸਾਡੇ ਕੋਲ ਆਏਗਾ, ਅਸੀਂ ਪ੍ਰੋਪਰ ਗਾਈਡ ਕਰਦੇ ਹਾਂ, ਅਸੀਂ ਕਿਸੇ ਨੂੰ ਜਿਹੜਾ ਗੁੰਮਰਾਹ ਨਹੀਂ ਕਰਦੇ। ਅਗਰ ਤੁਹਾਡਾ ਵੀਜ਼ਾ ਹੋਣ ਵਾਲਾ ਹੋਏਗਾ ਤਾਂ ਹੀ ਅਸੀਂ ਯੈਸ ਕਰਦੇ ਹਾਂ, ਅਦਰਵਾਈਜ਼ ਨਹੀਂ। ਤਾਂ ਇਸ ਕਰਕੇ ਨਿਊਜ਼ੀਲੈਂਡ ਇੱਕ ਨਵੀਂ ਆਪਸ਼ਨ ਹੈ। ਮੈਂ ਕਹਾਂਗਾ ਅਗਰ ਤੁਸੀਂ ਅੱਜ ਦੀ ਡੇਟ ਵਿੱਚ ਨਿਊਜ਼ੀਲੈਂਡ ਜਾਣਾ ਹੈ, ਔਰ ਇਸ ਤੋਂ ਬੈਸਟ ਚੀਜ਼ ਨਹੀਂ ਹੋ ਸਕਦੀ ਕਿ ਤੁਸੀਂ ਅੱਜ ਹੀ ਜਲਦੀ ਜਿੰਨਾ ਅਪਲਾਈ ਕਰ ਸਕਦੇ ਹੋ, ਕਿਉਂਕਿ ਕੁਝ ਕੋਟਾ ਵੀ ਸਰ ਨੇ ਦੱਸਿਆ ਕਿ ਕੁਝ ਪਹਿਲਾਂ ਕੋਟਾ ਹੈਗਾ ਕੁਝ ਜੁਲਾਈ ਲਈ, ਔਰ ਮੇ ਵੀ ਉਸ ਤੋਂ ਬਾਅਦ ਅਕਤੂਬਰ ਤੋਂ ਬਾਅਦ ਜਿਹੜਾ ਹੈ ਪ੍ਰੋਪਰ ਓਪਨ ਹੋ ਜਾਏਗਾ। ਔਰ ਸਾਰੇ ਜਿਹੜੇ ਇੰਸਟੀਚਿਊਟਸ ਹੈਗੇ ਨੇ ਤੁਹਾਨੂੰ ਵੈਲਕਮ ਕਰਨਗੇ, ਔਰ ਤੁਸੀਂ ਹਰ ਜਗ੍ਹਾ ਅਪਲਾਈ ਕਰ ਪਾਓਗੇ। ਔਰ ਜਿਹੜੇ ਵੀ ਸਟੂਡੈਂਟ +2 ਪਾਸ ਆਊਟ ਨੇ ਉਹਨਾਂ ਦੇ ਹੁਣ +2 ਦੇ ਐਗਜ਼ਾਮ ਵੀ ਹੋਣਗੇ, ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਆਇਲਸ ਦਾ ਆਪਣਾ ਨਾਲ ਸਟਾਰਟ ਕਰ ਸਕਦੇ ਨੇ। ਔਰ ਆਇਲਸ ਵਿੱਚ ਦੇਖੋ, ਜਿੱਥੇ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ 6 ਈਚ ਬੈਂਡ ਦੀ ਰਿਕੁਆਇਰਮੈਂਟ ਹੈ, ਪਹਿਲਾਂ 1 ਤੋਂ 5.5 ਤੇ ਜਿਹੜਾ ਵੀਜ਼ਾ ਆ ਜਾਂਦਾ ਸੀ, ਪਰ ਅੱਜ ਕੱਲ੍ਹ ਉਹ ਰਿਫਿਊਜ਼ ਹੋ ਰਿਹਾ। ਤੇ ਯੂਕੇ ਦੇ ਵਿੱਚ ਵੀ ਤੁਹਾਨੂੰ 6 ਬੈਂਡ ਦੀ ਰਿਕੁਆਇਰਮੈਂਟ ਹੈ। ਵਿਦਆਊਟ ਆਇਲਸ ਉਹੀ ਬੱਚੇ ਜਾ ਸਕਦੇ ਨੇ ਯੂਕੇ ਜਿਨ੍ਹਾਂ ਦੇ 75% ਜਾਂ 80% ਇੰਗਲਿਸ਼ ਵਿੱਚੋਂ ਹੈਗੇ ਨੇ। ਤਾਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਇਸ ਕ੍ਰਾਈਟੇਰੀਆ ਨੂੰ ਮੈਚ ਨਹੀਂ ਕਰ ਪਾ ਰਹੇ ਜਾਂ ਉਹਨਾਂ ਨੂੰ ਦਿੱਕਤ ਹੋ ਰਹੀ ਹੈ, ਉਹਨਾਂ ਲਈ ਨਿਊਜ਼ੀਲੈਂਡ ਮੈਂ ਕਹਾਂਗਾ ਕਿ ਵਰਦਾਨ ਸਿੱਧ ਹੋ ਸਕਦਾ ਹੈ ਅਗਰ ਤੁਸੀਂ ਨਿਊਜ਼ੀਲੈਂਡ ਅਪਲਾਈ ਕਰਦੇ ਹੋ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਸਕਸੈਸ ਰੇਸ਼ੋ ਬਹੁਤ ਅੱਛੀ ਹੈਗੀ ਵੀਜ਼ਾ ਦੀ। ਹਾਂਜੀ ਬਿਲਕੁਲ ਜੀ। ਅਗਰ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ 'ਚ ਵੀ ਦੇਖੋ ਬਹੁਤ ਲੰਬਾ ਟਾਈਮ ਲੱਗ ਰਿਹਾ, ਮੈਂ ਕਹਾਂਗਾ ਅਸੀਂ ਕਾਫੀ ਟਾਈਮ ਤੋਂ ਜਿਹੜੀਆਂ ਫਾਈਲ ਸਬਮਿਸ਼ਨ ਹੈਗੀ ਆ ਉਹਨਾਂ ਦੀ, ਔਰ 2-2.5 ਮਹੀਨੇ ਤੋਂ ਰਿਜ਼ਲਟ ਨਹੀਂ ਆ ਰਹੇ। ਤਾਂ ਇਸ ਕਰਕੇ ਨਿਊਜ਼ੀਲੈਂਡ ਜਿਹੜਾ ਹੈਗਾ ਹੈ, ਅਗਰ ਤੁਸੀਂ ਅੱਗੇ ਦੀ ਗੱਲ ਕਰਦੇ ਹੋ, ਸੋਚਦੇ ਹੋ ਕਿ ਤੁਹਾਡੇ ਕੋਲ ਫੰਡ ਜੈਨੂਅਨ ਹੈਗੇ ਨੇ, ਸਭ ਚੀਜ਼ਾਂ ਜੈਨੂਅਨ ਹੈਗੀਆਂ ਨੇ, ਤਾਂ ਇੱਕ ਗਵਰਨਮੈਂਟ ਇੰਸਟੀਚਿਊਟ ਦਾ ਤੇ ਇੱਕ ਪ੍ਰਾਈਵੇਟ ਇੰਸਟੀਚਿਊਟ ਦਾ ਬਹੁਤ ਫਰਕ ਹੁੰਦਾ ਹੈ। ਕਿਉਂਕਿ ਸਰ ਜਿਹੜੇ 2 ਇੰਸਟੀਚਿਊਟਸ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਗਵਰਨਮੈਂਟ ਇੰਸਟੀਚਿਊਟਸ ਹੈਗੇ ਨੇ, ਔਰ ਉਹਨਾਂ ਦੇ ਵਿੱਚ ਤੁਹਾਨੂੰ ਡਿਫਰੈਂਟ ਟਾਈਪ ਆਫ ਕੋਰਸਿਸ ਜਿਹੜੇ ਜਿਵੇਂ ਗੱਲ ਕੀਤੀ ਉਹਨਾਂ ਨੇ ਉਹ ਮਿਲ ਰਹੇ ਨੇ, ਬਹੁਤ ਸਾਰੀਆਂ ਅਪਰਚੁਨਿਟੀਜ਼ ਮਿਲ ਰਹੀਆਂ ਨੇ ਤੁਹਾਨੂੰ ਉੱਥੇ ਕੰਮ ਕਰਨ ਦੀਆਂ। ਅੱਛਾ, ਦੂਸਰੀ ਗੱਲ ਮੈਂ ਵੀ ਪੁੱਛਣਾ ਚਾਹਾਂਗਾ ਕਿ ਦੇਖੋ ਰੀਜਨਲ ਏਰੀਆ ਦਾ ਔਰ ਮੇਨ ਸਿਟੀਜ਼ ਦਾ ਵੀ ਕੋਈ ਫਰਕ ਹੈਗਾ ਕਿ ਅੱਗੇ ਸਾਨੂੰ ਇਹਨਾਂ ਦੀ ਕੋਈ ਪੀਆਰ ਦੇ ਵਿੱਚ ਬੈਨੀਫਿਟ ਹੋ ਸਕਦਾ ਹੈ, ਜਾਂ ਸਟੂਡੈਂਟਸ ਨੂੰ ਕੀ ਬੈਨੀਫਿਟ ਹੋ ਸਕਦੇ ਨੇ ਉਸ ਚੀਜ਼ ਦੇ? ਦੇਖੋ 2 ਚੀਜ਼ਾਂ ਹੁੰਦੀਆਂ, ਇੱਕ ਤਾਂ ਉੱਥੇ ਰਹਿਣ ਦਾ ਖਰਚਾ ਵੀ ਘੱਟ ਹੁੰਦਾ ਤੁਹਾਡਾ, ਤੇ ਕਾਫੀ ਇੰਸਟੀਚਿਊਟ ਜਿਹੜੇ ਰੀਜਨਲ ਏਰੀਆ 'ਚ ਉਹਨਾਂ ਨੇ ਲੋਕਲ ਟਰਾਂਸਪੋਰਟੇਸ਼ਨ ਫ੍ਰੀ ਕੀਤੀ ਹੋਈ ਹੈ, ਪਾਰਟ ਟਾਈਮ ਕੰਮ ਬੜੇ ਆਰਾਮ ਨਾਲ ਮਿਲ ਜਾਂਦਾ ਹੈ। ਫਿਰ ਅੱਜ ਕੱਲ੍ਹ ਦੀ ਕਰੰਟ ਇਮੀਗ੍ਰੇਸ਼ਨ ਪਾਲਿਸੀ ਦੇ ਹਿਸਾਬ ਨਾਲ ਅਗਰ ਤੁਹਾਨੂੰ ਜੌਬ ਕਿਸੇ ਰੀਜਨਲ ਏਰੀਆ 'ਚ ਮਿਲਦੀ ਹੈ ਤਾਂ 30 ਬੋਨਸ ਪੁਆਇੰਟਸ ਮਿਲਦੇ ਆ ਪੀਆਰ ਦੀ। ਜਿਵੇਂ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਐਜ਼ ਐਨ ਐਜੂਕੇਸ਼ਨ ਕੰਸਲਟੈਂਟ ਜਾਂ ਐਜ਼ ਐਨ ਇੰਪਲੋਈ ਵੀ ਆਰ ਸ਼ੁੱਡ ਨਾਟ ਬੀ ਟਾਕਿੰਗ ਅਬਾਊਟ ਪੀਆਰ, ਕਿਉਂਕਿ ਉਹ ਸਿਰਫ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਕਰ ਸਕਦੇ ਆ। ਬਟ ਅਸੀਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਜਿਹੜੀ ਵੈਬਸਾਈਟ 'ਤੇ ਵੀ ਅਵੇਲੇਬਲ ਹੈ, ਵੀ ਤੁਸੀਂ ਪਾਲਿਸੀ 'ਤੇ ਦੇਖੋ। ਅਗਰ ਤੁਸੀਂ ਲੌਂਗ ਟਰਮ ਸਕਿੱਲ ਸ਼ਾਰਟੇਜ ਲਈ ਜਾਂਦੇ ਹੋ 10 ਬੋਨਸ ਪੁਆਇੰਟਸ ਉਹਦੇ ਹੁੰਦੇ ਹੈਗੇ ਹੈ, ਤੁਹਾਨੂੰ ਇਹ ਜੌਬ ਆਊਟਸਾਈਡ ਆਕਲੈਂਡ ਮਿਲਦੀ ਹੈ 30 ਤੁਹਾਨੂੰ ਬੋਨਸ ਪੁਆਇੰਟਸ ਉਹਦੇ ਮਿਲਦੇ ਹੈਗੇ। ਲੇਕਿਨ ਸਭ ਤੋਂ ਵਧੀਆ ਫਿਰ ਵੀ ਮੈਂ ਫਿਰ ਬਾਰ-ਬਾਰ ਇਹੀ ਕਹਿੰਦਾ ਵੀ ਕੋਰਸ ਤੁਹਾਡੀ ਬੈਕਗਰਾਊਂਡ ਤੇ ਰੈਲੀਵੈਂਟ ਹੋਣਾ ਚਾਹੀਦਾ ਹੈਗਾ, ਤੇ ਤੁਹਾਡੇ ਆਪਣੇ ਇੰਟਰਸਟ ਵਾਲਾ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੇ ਤੁਸੀਂ ਉਹੀ ਕੋਰਸ ਕਰੋਗੇ ਤੁਹਾਡੀ ਅੱਗੇ ਵਾਲੀਆਂ ਪ੍ਰੋਬਲਮ ਸਾਰੀਆਂ ਸੌਰਟ ਆਊਟ ਹੋ ਜਾਣਗੀਆਂ। ਤੁਹਾਨੂੰ ਇਹ ਨਹੀਂ ਚਾਹੀਦਾ ਜਿਵੇਂ ਕਈ ਏਜੰਟ ਕਹਿੰਦੇ ਨੇ ਬਸ ਪਹੁੰਚ ਜਾ ਤੂੰ ਉੱਥੇ, ਬਾਕੀ ਸਾਰਾ ਕੰਮ ਕਰਦਾ ਰਿਹਾ ਹੋ ਜਾਏਗਾ। ਤੁਸੀਂ ਆਪਣਾ ਵਧੀਆ ਕੋਰਸ ਚੁਣੋ, ਅੱਛੇ ਕਾਲਜ ਚੁਣੋ, ਜਾ ਕੇ ਤੁਹਾਨੂੰ ਉਹਨਾਂ ਤੋਂ ਪੁੱਛੋ, ਬਲਕਿ ਸਾਨੂੰ ਫੀਡਬੈਕ ਦਿਓ ਵੀ ਪੁਰਾਣੇ ਬੱਚੇ ਜਿਹੜੇ ਕੋਰਸ ਕੀਤਾ ਸੀ ਕੀ ਇੰਪਲੋਏਬਿਲਿਟੀ ਰੇਟ ਹੈਗਾ, ਉਹ ਕਿੰਨੇ ਬੰਦੇ ਦੀ ਨੌਕਰੀ ਲੱਗੀ ਹੈ, ਤੁਸੀਂ ਕਿਵੇਂ ਸਾਡੀ ਹੈਲਪ ਕਰਦੇ ਹੋ। ਇਹ ਤੁਹਾਡਾ ਹੱਕ ਬਣਦਾ ਆਪਣੇ ਐਜੂਕੇਸ਼ਨ ਕੰਸਲਟੈਂਟ ਤੋਂ ਪੁੱਛਣ ਲਈ ਜਾਂ ਇੰਸਟੀਚਿਊਟ ਤੋਂ ਪੁੱਛਣ ਲਈ। ਚੰਗੇ ਕੋਰਸ ਕਰੋ, ਅੱਛੇ ਇੰਸਟੀਚਿਊਟ ਸਰਕਾਰੀ ਇੰਸਟੀਚਿਊਟਸ ਕਰੋ, ਉਹ ਤੁਹਾਡੀ ਬਹੁਤ ਸਪੋਰਟ ਕਰਨਗੇ, ਕਿਉਂਕਿ ਉਹਨਾਂ ਦੀ ਪੜ੍ਹਾਈ ਬਹੁਤ ਵਧੀਆ ਹੈ, ਟੀਚਰਸ ਬਹੁਤ ਅੱਛੇ। ਲਾਇਬ੍ਰੇਰੀ ਹੁਣ ਦੇਖੋ, ਲਾਇਬ੍ਰੇਰੀ ਇੱਕ ਉੱਦਾਂ ਫਿਜ਼ੀਕਲ ਲਾਇਬ੍ਰੇਰੀ ਹੁੰਦੀ, ਇੱਕ ਆਨਲਾਈਨ ਲਾਇਬ੍ਰੇਰੀ ਹੁੰਦੀ ਹੈ, ਰਿਸੋਰਸਿਸ ਬੜੇ ਵਧੀਆ ਹੁੰਦੇ ਹੈ, ਉਹ ਸੌਫਟਵੇਅਰ ਤਰ੍ਹਾਂ ਦੇ ਤੁਹਾਨੂੰ ਯੂਜ਼ ਕਰਾਉਂਦੇ ਹੈ। ਫਿਰ ਉੱਥੇ ਤੁਹਾਡੀ ਨੈਟਵਰਕਿੰਗ ਜਿਹੜੇ ਡੋਮੈਸਟਿਕ ਸਟੂਡੈਂਟ ਬੜੀ ਵਧੀਆ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਜ਼ਮਾਨਾ ਹੀ ਨੈਟਵਰਕਿੰਗ ਦਾ ਹੈਗਾ। ਜਿੰਨੀ ਤੁਹਾਡੀ ਨੈਟਵਰਕਿੰਗ ਵਧੀਆ ਹੋਏਗੀ ਉਨੀ ਤੁਹਾਡੀ ਸੈਟਲਮੈਂਟ ਆਸਾਨ ਹੋਏਗੀ। ਤੇ ਇੱਕ ਜਿਹੜਾ ਸਰ ਨੇ ਇੱਕ ਹੋਰ ਚੀਜ਼ ਕਹੀ ਹੈ, ਇੰਗਲਿਸ਼। ਜਿੰਨੀ ਵਧੀਆ ਤੁਹਾਡੀ ਇੰਗਲਿਸ਼ ਹੋਏਗੀ ਨਾ ਉਨੀ ਜਲਦੀ ਤੁਸੀਂ ਸੈਟਲਮੈਂਟ ਹੋਏਗੀ। ਮੈਂ ਕਹਿੰਦਾ ਹਰ ਇੱਕ ਬੱਚੇ ਨੂੰ ਮੈਂ ਕਹਿੰਦਾ ਹੁੰਦਾ 2 ਕਿ 3 ਚੀਜ਼ਾਂ ਸਭ ਤੋਂ ਜ਼ਰੂਰੀ ਹੁੰਦੀਆਂ। ਸਭ ਤੋਂ ਨੰਬਰ 1 ਹੈ ਕਮਿਊਨੀਕੇਸ਼ਨ, ਦੂਸਰੀ ਹੁੰਦੀ ਹੈ ਤੁਹਾਡਾ ਪੋਜ਼ਿਟਿਵ ਐਟੀਟਿਊਡ, ਤੀਸਰੀ ਹੁੰਦੀ ਹੈ ਤੁਹਾਡਾ ਆਪਣਾ ਫੋਕਸ ਕਰਨਾ, ਆਪਣੀ ਮਿਹਨਤ ਕਰਨੀ ਕੋਰਸ ਲਈ। ਇਹ ਅਗਰ ਤੁਸੀਂ ਤਿੰਨੋਂ ਚੀਜ਼ਾਂ ਕਰ ਰਹੇ ਹੋ ਉੱਥੇ ਸੈਟਲ ਹੋਣਾ ਬਹੁਤ ਆਸਾਨ ਹੈ, ਕਿਉਂਕਿ ਨਿਊਜ਼ੀਲੈਂਡ ਵਰਗੀ ਕੰਟਰੀ 'ਚ ਕੋਈ ਰੇਸਿਜ਼ਮ ਨਹੀਂ ਹੈ। As long as you can speak good English, you are motivated and positive person, you get the job. Doesn't matter whether you are Indian, Chinese, Korean. ਇਸ ਮਾਮਲੇ 'ਚ ਉੱਥੇ ਕੋਈ ਰੇਸਿਜ਼ਮ ਨਹੀਂ ਹੈਗਾ। ਬਿਲਕੁਲ ਬਿਲਕੁਲ। ਦੇਖੋ ਕੋਵਿਡ ਦੇ ਟਾਈਮ 'ਚ ਕੀ ਹੋਇਆ ਕਿ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਸਟੂਡੈਂਟਸ ਨੂੰ ਬੜੀ ਪ੍ਰੋਬਲਮਸ ਆਈਆਂ ਨੇ, ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਸੀ ਜਾਂ ਬਹੁਤ ਦਿੱਕਤ ਹੋਈ ਸੀ। ਤੇ ਇਸੇ ਤਰ੍ਹਾਂ ਹੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਸਟੂਡੈਂਟ ਸੀ ਮੈਂ ਕਹਾਂਗਾ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਈ, ਕਿਉਂਕਿ ਗਵਰਨਮੈਂਟ ਨੇ ਬਹੁਤ ਅੱਛੀ ਸਪੋਰਟ ਕੀਤੀ ਹੈ। ਔਰ ਮੈਂ ਅੱਗੇ ਇਹ ਵੀ ਮੇਰਾ ਕੁਐਸਚਨ ਹੈਗਾ ਕਿ ਉੱਥੇ ਜਾ ਕੇ ਅਗਰ ਕੋਵਿਡ ਦੁਬਾਰਾ ਤੋਂ ਇੱਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ, ਜਿਵੇਂ ਬੱਚੇ ਉੱਥੇ ਪਹੁੰਚ ਜਾਂਦੇ ਨੇ, ਤਾਂ ਕੀ ਉਹਨਾਂ ਨੂੰ ਕੋਈ ਪ੍ਰੋਬਲਮ ਦਾ ਕੋਈ ਸਾਹਮਣਾ ਤਾਂ ਨਹੀਂ ਕਰਨਾ ਪਏਗਾ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਗਵਰਨਮੈਂਟ ਜਿਹੜੀ ਹੈਲਪ ਕਰ ਰਹੀ ਹੈ? ਤੇ ਗਵਰਨਮੈਂਟ ਦੇ ਇਹਨਾਂ ਦਾ ਜਿਹੜਾ ਪੈਸਟਲ ਕੇਅਰ ਕੋਡ ਹੈ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਲਈ ਹੈਗਾ ਬਹੁਤ ਸਟਰੋਂਗ ਹੈਗਾ। ਗਵਰਨਮੈਂਟ ਨੇ ਹਰ ਇੱਕ ਇੰਸਟੀਚਿਊਟ ਦੀ ਡਿਊਟੀ ਲਾਈ ਹੋਈ ਹੈ ਵੀ ਜਿਹੜੇ ਬੱਚੇ ਉੱਥੇ ਪੜ੍ਹਨ ਆ ਰਹੇ ਹੈ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ।
ਉਹਨਾਂ ਕੋਲ ਫਿਰ ਇਦਾਂ ਦੀ ਫੈਸਿਲਿਟੀਜ਼ ਬਣੀਆਂ ਹੈ, ਕੱਲ੍ਹ ਨੂੰ ਜੇ ਤੁਹਾਨੂੰ ਆਈਸੋਲੇਸ਼ਨ ਕਰਨਾ ਪੈਂਦਾ ਹੈ, ਤਕਰੀਬਨ ਹੋਸਟਲ ਫੈਸਿਲਿਟੀ ਹੈਗੀ ਹੈ, ਉੱਥੇ ਰਹਿੰਦੇ ਹੈਗੇ ਬੱਚੇ, ਉਹਨਾਂ ਨੂੰ ਖਾਣਾ ਪੀਣਾ ਮਿਲਦਾ ਹੈਗਾ। ਕੱਲ੍ਹ ਨੂੰ ਕੋਈ ਮੈਡੀਕਲ, ਤੁਹਾਡੀ ਇੰਸ਼ੋਰੈਂਸ ਆਲਰੇਡੀ ਹੋਈ ਹੁੰਦੀ ਹੈ, ਮੈਡੀਕਲ ਫੈਸਿਲਿਟੀਜ਼ ਤੁਹਾਨੂੰ ਸਾਰੀਆਂ ਫ੍ਰੀ ਮਿਲਦੀਆਂ। ਬਟ ਇੰਸਟੀਚਿਊਟਸ ਆਰ ਵੈਰੀ ਵੈਰੀ ਨਾਈਸ ਐਕਚੁਅਲੀ। ਮੈਨੂੰ ਤਾਂ ਹੁਣ 20 ਸਾਲ ਹੋ ਗਏ ਉੱਤੇ ਕੰਮ ਕਰਦੇ ਹੋਇਆਂ ਨੂੰ, ਅਤੇ ਉਹ ਮੈਂ ਦੇਖਿਆ ਉਹ ਇੱਕ ਤਰ੍ਹਾਂ ਤੁਹਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਟਰੀਟ ਕਰਦੇ ਹੈ। ਐਂਡ ਦੇ ਡੂ ਰੀਅਲਾਈਜ਼ ਵੀ ਤੁਸੀਂ ਆਪਣੀ ਕੰਟਰੀ ਛੱਡ ਕੇ ਇੰਨੇ 7 ਸਮੁੰਦਰ ਪਾਰ ਕਰਕੇ ਇੰਨੀ ਛੋਟੀ ਕੰਟਰੀ 'ਚ ਤੁਸੀਂ ਪੜ੍ਹਨ ਆ ਰਹੇ ਹੈਗੇ ਹੋ, ਆਪਣਾ ਫਿਊਚਰ ਬਣਾਉਣ ਲਈ ਆ ਰਹੇ ਹੈਗੇ, ਇਸ ਲਈ ਉਹ ਤੁਹਾਡੀ ਬਹੁਤ ਜ਼ਿਆਦਾ ਕੇਅਰ ਕਰਦੇ ਹੈਗੇ ਹੈ, ਅਤੇ ਤੁਹਾਨੂੰ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਏਗੀ, ਖਾਸ ਕਰਕੇ ਪੇਰੈਂਟਸ ਨੂੰ। ਔਰ ਇੱਕ ਅਕਮੋਡੇਸ਼ਨ ਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ, ਕਿਉਂਕਿ ਸਟੂਡੈਂਟਸ ਨੇ ਉੱਥੇ ਜਾ ਕੇ ਰਹਿਣਾ ਹੁੰਦਾ ਹੈ। ਬਹੁਤ ਸਾਰੇ ਸਟੂਡੈਂਟਸ ਤਾਂ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਕੁਝ ਰਿਲੇਟਿਵਸ ਹੁੰਦੇ ਨੇ ਜਾਂ ਜਿਨ੍ਹਾਂ ਦੇ ਕੋਈ ਫਰੈਂਡਸ ਹੁੰਦੇ ਨੇ, ਉਹਨਾਂ ਨਾਲ ਸ਼ੇਅਰ ਕਰ ਲੈਂਦੇ ਨੇ, ਪਰ ਫਿਰ ਵੀ ਇੱਕ ਬਜਟ ਦੀ ਲੋੜ ਹੁੰਦੀ ਹੈ ਇੱਕ ਸਟੂਡੈਂਟਸ ਨੂੰ ਕਿ ਉਹਦਾ ਉੱਥੇ ਕਿੰਨਾ ਕੁ ਜਾ ਕੇ ਖਰਚਾ ਆਏਗਾ, ਜਾਂ ਉਹਨੂੰ ਰਹਿਣਾ ਜਿਹੜਾ ਕਿੰਨਾ ਕੁ ਮਹਿੰਗਾ ਪਏਗਾ, ਜਾਂ ਫੂਡ ਜਿਹੜਾ ਹੈ ਉਹ ਕਿੰਨਾ ਕੁ ਮਹਿੰਗਾ ਹੋਏਗਾ। ਇਹ ਸਾਰੀਆਂ ਗੱਲਾਂ ਵੀ ਅਸੀਂ ਤੁਹਾਡੇ ਤੋਂ ਜ਼ਰੂਰ ਜਾਣਨੀ ਚਾਹਾਂਗਾ ਕਿ ਤੁਹਾਡਾ ਇੰਨਾ ਲੰਬਾ ਐਕਸਪੀਰੀਅੰਸ ਹੋ ਗਿਆ, ਤਾਂ ਕਿ ਸਟੂਡੈਂਟਸ ਨੂੰ ਵੀ ਇੱਕ ਗਾਈਡੈਂਸ ਮਿਲੇ। ਦੇਖੋ ਇਹ ਸਾਰੀਆਂ ਗੱਲਾਂ ਮੈਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਿਹੜੇ ਕੁਐਸਚਨ ਤੁਸੀਂ ਸਾਨੂੰ ਕਰਦੇ ਹੋ ਉਹ ਅਸੀਂ ਇੱਕ ਇੰਸਟੀਚਿਊਸ਼ਨ ਨੂੰ ਕਰਦੇ ਹਾਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਅੱਜ ਤੁਹਾਡੇ ਫੇਸ ਟੂ ਫੇਸ ਕਰਨ ਦਾ ਮਤਲਬ ਇਹੀ ਸੀ ਕਿ ਤੁਹਾਡੇ 'ਚ ਕੌਨਫੀਡੈਂਸ ਆਵੇ ਕਿ ਅਸੀਂ ਇੱਕ ਜੈਨੂਅਨ ਜਗ੍ਹਾ 'ਤੇ ਬੈਠੇ ਹਾਂ, ਤਾਂ ਕਿ ਜਿਹੜੀ ਚੀਜ਼ ਸਾਡੇ 'ਚ ਕੋਈ ਹਿਡਨ ਨਾ ਰਵੇ। ਕਿਉਂਕਿ ਨਿਊਜ਼ੀਲੈਂਡ ਇੱਕ ਇੱਦਾਂ ਦਾ ਕੰਟਰੀ ਹੈ ਜਿੱਥੇ ਮੈਂ ਕਹਾਂਗਾ ਕਿ ਸਰਵਾਈਵ ਕਰਨ ਦੇ ਲਈ ਸਾਨੂੰ ਜਿਹੜਾ ਹੈ ਬਹੁਤ ਈਜ਼ੀ ਹੈ, ਕੋਈ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈ, ਕਿਉਂਕਿ ਅਸੀਂ ਤਾਂ ਖੁਦ ਜਾ ਕੇ ਆਏ ਹਾਂ। ਬਟ ਇਹ ਹੈ ਕਿ ਜਿਹੜਾ ਇਨਸਾਨ ਪਿਛਲੇ 20 ਸਾਲ ਤੋਂ ਉੱਥੇ ਰਹਿ ਰਹੇ ਨੇ, ਜਿਨ੍ਹਾਂ ਦੀ ਫੈਮਲੀਜ਼ ਉੱਥੇ ਨੇ, ਜਿੱਥੇ ਸਭ ਚੀਜ਼ਾਂ ਜਿਹੜਾ ਦੇ ਨੇ ਐਕਚੁਅਲ 'ਚ ਫੀਲ ਕੀਤੀਆਂ ਨੇ, ਜਿਹੜਾ ਮੈਂ ਕਹਾਂਗਾ ਪੰਜਾਬੀ ਜਿਹਨੂੰ ਕਹਿੰਦੇ ਅਸੀਂ ਐਕਚੁਅਲ 'ਚ ਹੰਡਾਇਆ ਹੋਇਆ ਸਭ ਚੀਜ਼ਾਂ, ਤਾਂ ਉਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਬੱਚਿਆਂ ਦਾ ਰਹਿਣਾ ਸਹਿਣਾ ਜਿਹੜਾ ਹੈਗਾ ਉਹ ਕਿੰਨਾ ਕੁ ਮਹਿੰਗਾ ਹੈਗਾ ਹੈ ਔਰ ਕਿਸ ਤਰ੍ਹਾਂ ਉਹਨੂੰ ਉਹ ਮੈਨੇਜ ਕਰ ਸਕਦੇ ਨੇ। ਇਹ ਜਿਵੇਂ ਇਸ ਹਿਸਾਬ ਨਾਲ ਅਗੇਨ ਫਿਰ ਇੰਸਟੀਚਿਊਟ ਨੂੰ ਬੜੀ ਅੱਛੀ ਰਿਸਪੌਂਸਿਬਿਲਿਟੀ ਲੈਂਦੇ ਹੈਗੇ। ਜਿਵੇਂ ਤੁਸੀਂ ਤੁਹਾਡੀ ਫਲਾਈਟ ਲੈਂਡ ਕਰਦੀ ਹੈਗੇ, ਤੁਹਾਡੇ ਜਿਹੜੇ ਐਜੂਕੇਸ਼ਨ ਕੰਸਲਟੈਂਟ ਸਾਨੂੰ ਈਮੇਲ ਕਰਦੇ ਹੈ, ਸਾਡੇ ਕਾਲਜ ਵੱਲੋਂ ਉੱਥੇ ਜਾ ਕੇ ਤੁਹਾਡੀ ਉਹਨਾਂ ਦੀ ਕਾਰ ਜਾਂ ਬੱਸ ਜਿਹੜੀ ਹੁੰਦੀ ਹੈ ਉਹ ਪਿਕਅਪ ਕਰਦੀ ਹੈ, ਅਤੇ ਅਸੀਂ 4 ਹਫ਼ਤੇ ਲਈ ਪਹਿਲਾਂ ਤੁਹਾਡੀ ਅਕੋਮੋਡੇਸ਼ਨ ਬੁੱਕ ਕਰਦੇ ਹਾਂ। ਸਾਡੇ ਕੋਲ ਵੇਰੀਅਸ ਆਪਸ਼ਨਸ ਹੁੰਦੀਆਂ ਹੈਗੀਆਂ, ਜਿਵੇਂ ਹੋਸਟਲ ਹੈਗੇ ਹੈ, ਤੁਹਾਡੇ ਕੋਲ ਬੈਕਪੈਕਰ ਹੁੰਦੇ ਹੈ, ਜਾਂ ਇੱਕ ਫਲੈਟਸ ਹੁੰਦੇ ਹੈਗੇ ਜਿੱਥੇ ਸਟੂਡੈਂਟ ਲਈ ਹੁੰਦੇ ਹੈ। ਉਹ ਅਸੀਂ ਤੁਹਾਡੇ ਐਜੂਕੇਸ਼ਨ ਕੰਸਲਟੈਂਟ ਨੂੰ ਪਹਿਲਾਂ ਈਮੇਲ ਕਰ ਦਈਏ ਵੀ ਹਰ ਇੱਕ ਦਾ ਅਲੱਗ-ਅਲੱਗ ਰੇਟ ਹੈ। ਹੋਸਟਲ ਨਾਰਮਲੀ $150 ਹੁੰਦਾ ਹੈਗਾ, ਬੈਕਪੈਕਰ ਤੇ $110 ਜਾਂ $120 ਪਰ ਵੀਕ ਆਉਂਦਾ, ਜਿਹਦੇ ਬਿਜਲੀ ਪਾਣੀ ਇੰਟਰਨੈਟ ਸਭ ਇਨਕਲੂਡ ਹੁੰਦਾ ਹੈਗਾ। ਅਤੇ ਜਿਹੜੇ ਫਲੈਟਿੰਗ ਹੁੰਦੀ ਹੈ, ਜਿਵੇਂ 4 ਮੁੰਡੇ ਮਿਲ ਕੇ 2 ਬੈਡਰੂਮ ਦੇ ਫਲੈਟ 'ਚ ਰਹਿ ਲਿਆ, ਉਹ $100 ਹੀ ਖਰਚਾ ਆਉਂਦਾ ਹੈਗਾ, ਉਹ ਸਭ ਤੋਂ ਸਸਤਾ ਪੈਂਦਾ ਹੈ। ਇਸੇ ਲਈ ਅਸੀਂ ਤੁਹਾਡੀ 4 ਹਫ਼ਤੇ ਦੀ ਅਕੋਮੋਡੇਸ਼ਨ ਅਰੇਂਜ ਕਰਦੇ ਹਾਂ। ਫਿਰ ਜੇ ਤੁਹਾਨੂੰ ਉਹ ਚੰਗੀ ਲੱਗੇ ਤੁਸੀਂ ਅੱਗੇ ਉਹਨੂੰ ਐਕਸਟੈਂਡ ਕਰਾ ਸਕਦੇ ਹੋ, ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਹੈਗੀ ਹੈ ਫਿਰ ਤੁਸੀਂ ਉਹਨੂੰ ਚੇਂਜ ਵੀ ਕਰ ਸਕਦੇ ਹੈਗੇ ਹੋ। ਅਤੇ ਉੱਥੇ ਜਾ ਕੇ ਬੱਚੇ ਨੂੰ ਜਿਵੇਂ ਆਉਂਦੇ ਸਾਰੀ ਪਹਿਲਾਂ ਇੱਕਦਮ ਓਰੀਐਂਟੇਸ਼ਨ, ਅਸੀਂ 3-4 ਦਿਨ ਦੀ ਓਰੀਐਂਟੇਸ਼ਨ ਕਰਾਈ ਦੀ ਹੈ, ਉਹਨੂੰ ਸਾਰਾ ਸ਼ਹਿਰ ਘੁਮਾਈਦਾ, ਉਹਦਾ ਬੈਂਕ ਅਕਾਊਂਟ ਖੁਲਵਾਈਦਾ ਹੈ, ਉਹਦੇ ਜੌਬ ਦੇ CV ਵੰਡਵਾਈਦੇ ਹੈ, ਫਿਰ ਉਹਨੂੰ ਦੱਸੀਦਾ ਪੜ੍ਹਾਈ ਕਿਵੇਂ ਹੁੰਦੀ ਹੈ, ਕਿਉਂਕਿ ਥੋੜ੍ਹਾ ਜਿਹਾ ਸਿਸਟਮ ਫਰਕ ਹੈਗਾ ਉੱਥੇ ਦਾ। ਫਿਰ ਉਹਨੂੰ ਇਹ ਦੱਸੀਦਾ ਤੁਹਾਡੀ ਅਸੈਸਮੈਂਟ ਕਦੋਂ ਹੋਣੀ ਹੈ, ਅਸਾਈਨਮੈਂਟ ਕਦੋਂ ਹੋਣੀਆਂ ਹੈਗਾ। ਫਿਰ ਉਹਨਾਂ ਨੂੰ ਕਾਫੀ ਸਾਰੇ ਉਹ ਲੋਕਾਂ ਨਾਲ ਜਿਹੜੇ ਤੁਹਾਡੀ ਨੈਟਵਰਕਿੰਗ ਕਰਾਈ ਦੀ ਹੈ, ਲੋਕਲ ਚੈਂਬਰ ਆਫ ਕਾਮਰਸ ਨਾਲ ਮਿਲਾਇਆ ਜਾਂਦਾ ਹੈ, ਮੇਅਰ ਉੱਥੋਂ ਦਾ ਸਪੈਸ਼ਲ ਵੈਲਕਮ ਕਰਦਾ ਹੈਗਾ ਵੀ ਸਾਰੇ ਬੱਚੇ ਇੰਨੀ ਦੂਰੋਂ ਦੂਰੋਂ ਆਏ। ਉਸ ਹਿਸਾਬ ਨਾਲ ਤੁਹਾਨੂੰ ਨਾ ਅਸੀਂ ਇੱਦਾਂ ਫੀਲ ਕਰਾਉਂਦੇ ਹਾਂ ਵੀ ਤੁਸੀਂ ਆਪਣਾ ਦੇਸ਼ ਛੱਡ ਕੇ ਜਿਹੜਾ ਦੂਜੇ ਦੇਸ਼ ਵੀ ਆਏ ਹੋ ਉਹ ਵੀ ਤੁਹਾਨੂੰ ਅਡੋਪਟ ਕਰ ਰਿਹਾ, ਤਾਂ ਕਿ ਤੁਹਾਨੂੰ ਇਹ ਨਾ ਲੱਗੇ ਪਰਾਇਆ ਨਾ ਲੱਗੇ। ਅਤੇ ਉਸ ਹਿਸਾਬ ਨਾਲ ਫਿਰ ਲੋਕਲ ਕਮਿਊਨਿਟੀ ਵੀ ਆ ਕੇ ਉੱਥੇ ਮਿਲਦੀ ਹੈਗੀ ਹੈ, ਸਾਰੀ ਜਗ੍ਹਾ ਇੰਡੀਅਨ ਐਸੋਸੀਏਸ਼ਨ ਬਣੀ ਹੋਈ ਹੈ, ਕਾਫੀ ਸਪੋਰਟ ਕਰਦੇ ਹੈਗੇ ਉਹ। ਹਾਂਜੀ, ਦੇਖੋ ਮੈਂ ਸਰ ਬਾਰੇ ਗੱਲ ਕਰਨੀ ਚਾਹਾਂਗਾ ਕਿ ਦੇਖੋ ਅਸੀਂ ਫੇਸਬੁੱਕ ਫਰੈਂਡ ਵੀ ਹੈਗੇ ਹਾਂ, ਅਤੇ ਮੈਂ ਹਮੇਸ਼ਾ ਇਹਨਾਂ ਨੂੰ ਦਿਖਦਾ ਰਹਿੰਦਾ ਹੈ ਕਿ ਇਹਨਾਂ ਦੇ ਨਾ ਬਹੁਤ ਸਾਰੇ ਲਿੰਕਸ ਨੇ ਉਸ ਏਰੀਆਜ਼ ਦੇ ਵਿੱਚ, ਬਹੁਤ ਸਾਰੇ ਮੈਂ ਕਹਾਂਗਾ ਕਿ ਕੁਝ ਨਾ ਕੋਈ ਸੋਸ਼ਲ ਸਰਵਿਸ ਹਮੇਸ਼ਾ ਕਰਦੇ ਰਹਿੰਦੇ ਨੇ, ਉਹ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਧਿਆਨ ਦਿੰਦੇ ਨੇ, ਅਤੇ ਇਸ ਕਰਕੇ ਇਹਨਾਂ ਨੂੰ ਬਹੁਤ ਈਜ਼ੀ ਹੈ ਤੁਹਾਡੀ ਹੈਲਪ ਕਰਨਾ। ਅਗਰ ਤੁਸੀਂ ਜਾਣੇ ਹੋ ਇਹਦਾ ਕਾਲਜ ਦੇ ਵਿੱਚ, ਦੋਨੋਂ ਗਵਰਨਮੈਂਟ ਕਾਲਜ ਦੇ ਵਿੱਚ ਜਾਣੇ ਹੋ, ਤਾਂ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ, ਤੁਸੀਂ ਪਰਸਨਲੀ ਇਹਨਾਂ ਨੂੰ ਮਿਲ ਸਕਦੇ ਹੋ। ਇਹ ਤੁਹਾਡੇ ਲਈ ਹਮੇਸ਼ਾ ਖੜੇ ਰਹਿਣਗੇ, ਕਿਉਂਕਿ ਅਸੀਂ ਬਹੁਤ ਟਾਈਮ ਤੋਂ ਇਹਨਾਂ ਨੂੰ ਜਾਣਦੇ ਹਾਂ, ਹਮੇਸ਼ਾ ਹਰ ਇੱਕ ਇਨਸਾਨ ਦੀ ਹੈਲਪ ਕਰਨ ਲਈ ਅੱਗੇ ਆਉਂਦੇ ਨੇ, ਔਰ ਇਸ ਕਰਕੇ ਤੁਹਾਡੇ ਲਈ ਕਦੇ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਕਿ ਤੁਸੀਂ ਕਿਸੇ ਮੁਸੀਬਤ ਵਿੱਚ ਫਸ ਗਏ ਔਰ ਤੁਹਾਨੂੰ ਇਕੱਲਾ ਛੱਡ ਦਿੱਤਾ ਗਿਆ। ਨੋ, ਤੁਸੀਂ ਆਪਣੇ ਪੇਰੈਂਟਸ ਦੀ ਤਰ੍ਹਾਂ ਹੀ ਉੱਥੇ ਮਹਿਸੂਸ ਕਰੋਗੇ, ਕਿਉਂਕਿ ਤੁਹਾਨੂੰ ਹਮੇਸ਼ਾ ਜਿਹੜਾ ਇੱਕ ਚੰਗੀ ਗਾਈਡੈਂਸ ਅਤੇ ਇੱਕ ਚੰਗੇ ਪਰਸਨ ਮੈਂ ਕਹਾਂਗਾ ਕਿ ਦੋਨੋਂ ਚੀਜ਼ਾਂ ਤੁਹਾਨੂੰ ਉੱਥੇ ਮਿਲਣਗੀਆਂ। ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਦੇਖੋ ਨਿਊਜ਼ੀਲੈਂਡ ਦੇ ਲਈ ਬਹੁਤ ਹੀ ਘੱਟ ਟਾਈਮ ਹੈ ਸਾਡੇ ਕੋਲ। ਅਗਰ ਤੁਸੀਂ ਜੁਲਾਈ ਜਾਣਾ ਹੈ, ਅਗਰ ਜੁਲਾਈ ਦੇ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਫੰਡਸ ਰੈਡੀ ਹੈ, ਸਭ ਚੀਜ਼ਾਂ ਰੈਡੀ ਹੈ। ਔਰ ਜਿਹੜੇ ਬੱਚਿਆਂ ਕੋਲ ਹਜੇ ਚੀਜ਼ਾਂ ਦੀ ਕਮੀ ਹੈ ਜਾਂ ਫੰਡਸ ਦੀ ਕਮੀ ਹੈ ਜਾਂ ਹਜੇ ਆਈਲੈਟਸ ਦੇਣਾ ਹੈ ਜਾਂ ਰਿਜ਼ਲਟ ਆਉਣ ਵਾਲਾ ਹੈ, ਉਹ ਨੈਕਸਟ ਇਨਟੇਕ ਲਈ ਟਰਾਈ ਕਰ ਸਕਦੇ ਨੇ। ਬਟ ਜਿਨ੍ਹਾਂ ਕੋਲ ਆਲਰੇਡੀ ਸਭ ਚੀਜ਼ਾਂ ਹੈਗੀਆਂ ਨੇ, ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਰਿਫਿਊਜ਼ ਹੈ ਜਾਂ ਕੋਈ ਹੋਰ ਦਿੱਕਤ ਹੈ, ਉਹ ਜ਼ਰੂਰ ਨਿਊਜ਼ੀਲੈਂਡ ਅਪਲਾਈ ਕਰਨ। ਔਰ ਨਿਊਜ਼ੀਲੈਂਡ ਅਪਲਾਈ ਕਰਨ ਲਈ ਸਾਨੂੰ
ਮਿਲਣ ਔਰ ਐਜੂਕੇਸ਼ਨ ਨੂੰ ਸਮਝਣ, ਪ੍ਰੋਪਰ ਉਹਨਾਂ ਨੂੰ ਗਾਈਡੈਂਸ ਮਿਲੇਗੀ, ਪ੍ਰੋਪਰ ਤਰੀਕੇ ਨਾਲ ਅਸੀਂ ਉਹਨਾਂ ਨੂੰ ਅਗਰ ਕੁਝ ਸਾਡੇ ਤੋਂ ਕਲੀਅਰ ਨਹੀਂ ਹੋਏਗਾ ਤਾਂ ਅਸੀਂ ਉਹਨਾਂ ਨੂੰ ਜ਼ੂਮ ਮੀਟਿੰਗ ਦੇ ਨਾਲ ਜਾਂ ਕੁਝ ਹੋਰ ਵੇ ਦੇ ਨਾਲ ਜਿਹੜਾ ਅਸੀਂ ਡਾਇਰੈਕਟਲੀ ਕਾਲਜ ਨਾਲ ਵੀ ਉਹਨਾਂ ਦੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਬਹੁਤ ਸਾਰੇ ਫਰੈਂਡਸ ਉੱਥੇ ਗਏ ਹੋਣਗੇ, ਉਹਨਾਂ ਨਾਲ ਗੱਲ ਕਰ ਸਕਦੇ ਨੇ। ਤਾਂ ਇੱਕ ਬੈਸਟ ਮੈਂ ਕਹਾਂਗਾ ਕੰਟਰੀ ਜਿਹੜਾ ਹੈ ਨਿਊਜ਼ੀਲੈਂਡ ਹੈ, ਜਿੱਥੇ ਤੁਹਾਡਾ ਇੱਕ ਵਧੀਆ ਭਵਿੱਖ ਹੋ ਸਕਦਾ ਹੈ, ਇੱਕ ਵਧੀਆ ਸੋਚ ਨਾਲ ਤੁਸੀਂ ਉੱਥੇ ਜਾ ਸਕਦੇ ਹੋ। ਸਟੱਡੀ ਬਹੁਤ ਇੰਪੋਰਟੈਂਟ ਹੈ, ਸਟੱਡੀ ਪੂਰੀ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਇਹ ਪਹਿਲਾਂ ਸੋਚ ਕੇ ਜਾਣਾ ਹੈ ਕਿ ਤੁਸੀਂ ਉੱਥੇ ਸਟੱਡੀ ਪੂਰੀ ਕਰਨੀ ਹੈ, ਕਿਉਂਕਿ ਜਦ ਤੁਸੀਂ ਪਹਿਲਾ ਸਟੈਪ ਸਹੀ ਲੈ ਲਓਗੇ ਤਾਂ ਉਸ ਤੋਂ ਬਾਅਦ ਆਪਣੇ ਆਪ ਹੀ ਜਿਹੜਾ ਤੁਹਾਡੀ ਲਾਈਫ ਇੱਕ ਚੰਗੀ ਡਾਇਰੈਕਸ਼ਨ ਵੱਲ ਚਲੀ ਜਾਏਗੀ। ਅਸੀਂ ਕਿਸੇ ਨੂੰ ਕੋਈ ਗੁੰਮਰਾਹ ਨਹੀਂ ਕਰਦੇ ਕਿ ਤੁਸੀਂ ਉੱਥੇ ਸਟੱਡੀ ਛੱਡ ਦਿਓ ਜਾਂ ਇਹ ਗਲਤ ਚੀਜ਼ਾਂ ਦੇ ਵਿੱਚ ਪਾਓ। ਤਾਂ ਇਸ ਕਰਕੇ ਈਜ਼ੀ ਵੇ ਵੱਲੋਂ ਜਿਹੜਾ ਹੈ ਹਮੇਸ਼ਾ ਇੱਕ ਸੱਚੀ ਤੇ ਸੁੱਚੀ ਗਾਈਡੈਂਸ ਦਿੱਤੀ ਜਾਂਦੀ ਹੈ, ਤਾਂ ਕਿ ਜਿਹੜੇ ਕੰਮ ਲਈ ਜਾ ਰਹੇ ਉਹਨੂੰ ਕੰਪਲੀਟ ਕਰਕੇ ਫਿਰ ਆਪਣੀ ਅੱਗੇ ਜੌਬ ਲਓ, ਫਿਰ ਪੀਆਰ ਲਈ ਵਧੋ। ਇਹ ਸਭ ਚੀਜ਼ਾਂ ਤੁਹਾਨੂੰ ਅੱਗੇ ਜਾ ਕੇ ਆਪਣੇ ਆਟੋਮੈਟਿਕਲੀ ਮਿਲਦੀਆਂ ਜਾਣਗੀਆਂ। ਇਸੇ ਨਾਲ ਹੀ ਵਿਦਾ ਲਵਾਂਗੇ। ਤੇ ਔਰ ਮੈਂ ਬਹੁਤ ਹੀ ਜ਼ਿਆਦਾ ਮੈਂ ਕਹਾਂਗਾ ਭਾਰੀ ਹਾਂ ਸਰ ਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਟਾਈਮ ਦਿੱਤਾ ਔਰ ਇੱਥੇ ਪਹੁੰਚੇ ਔਰ ਸਾਡੇ ਇਸ ਸ਼ੋਅ ਨੂੰ ਜਿਹੜਾ ਮੈਂ ਕਹਾਂਗਾ ਕਿ ਚਾਰ ਚੰਦ ਲਾਏ ਨੇ। ਔਰ ਇਸੇ ਨਾਲ ਹੀ ਮੈਂ ਅਲਵਿਦਾ ਲਵਾਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਟੇ ਸੇਫ ਐਂਡ ਹੈਲਦੀ।